प्रभु की उस्तत करो संत मीत, सावधान एकाग्र चीत। प्रभु की उस्तत करो संत मीत, सावधान एकाग्र चीत। महिमा साधु संग की सुनो मेरे मीता, मैल खोई कोट अग हरे, निर्मल भय चीता। मैल खोई कोट अग हरे, निर्मल भय चीता। जागदी जोत शब्द गुरु बाणी के बोहित, पड़थक हर धन धन श्री गुरु ग्रंथ साहब महाराज जी की पावन पवित्र पाक हजूरी विच जुड़ बैठे सत्संगी जनों, सतगुरां ने कृपा की है। पिछले दिनां दे विच गुरु महाराज जी की अपार कृपा सदका संगतां दी बेनती सदका जप बाणी जाप बाणी तो प्रसाद सवैये चौपई साहब अते आनंद साहब बाणी की लड़ीवार विचार इस स्थान ते हुई है। हुण अगलेरी जिहड़ी बाणी है वो है सोदर अते सोपुरख दी बाणी, जिसदा समूहिक सिरलेख असी सोदर रहरास आखदे हाँ। जदों सोदर की चौकी लगती है, चौकी वेले जदों कीर्तन हुंदा होवे ते कीर्तनी जिहड़े सिंह ने वो हर जुग जुग भगत पाया छंत पढ़ते हैं। फिर उपरांत सलोक महला पहला पढ़ते हैं, दुख दारू सुख रोग पया जा सुख ताम ना होई। ते फिर सोदर राग आसा महला दा शब्द पढ़िया जाता है। ये तां वो पढ़दे च चौकी लगती होवे। वैसे गुरु ग्रंथ साहब दे विच जो ये बाणी दर्ज है, सोदर राग आसा महला तो ही गुरु ग्रंथ साहब विच दर्ज है। सो आओ गुरु पिता जी का जो उपदेश है, क्योंकि कई बार ये शब्द तो पढ़ते या सुनते हाँ, पर उसका अंतरी भाव साढ़े मन विच नहीं चल रहा हुंदा। ते बाणी दे नाल नाल जदों तक विचार न चले तो तुसीं देखिया होएगा साडी बाणी अगे चली जाती है, साडी सुरत पिछे रह जाती, या मन कह लईए मन होर कम्मां च उलझ जाता है, होर विचारां च उलझ जाता है। जे बाणी का पाठ कर रहे हैं नाल नाल सुरतां नूं अर्थां की सोझी है तो साडी सुरत नाल नाल तुरदी रहिंदी है बाणी दी। वो तां ही होएगा जो सानूं अर्थां की समझ पै जाएगी, अर्थ सिख लवांगे।
ਫਿਰ ਦੋਨੋਂ ਚੀਜ਼ਾਂ ਇਕੱਠੀਆਂ ਚੱਲਣਗੀਆਂ। ਪਾਠ ਦੇ ਨਾਲ ਸਾਡਾ ਮਨ ਵੀ ਟਿਕਿਆ ਰਹੇਗਾ, ਸਾਡੀ ਸੁਰਤ ਵੀ ਨਾਲ ਨਾਲ ਤੁਰਦੀ ਰਹੇ। ਇਸ ਕਰਕੇ ਆਓ ਆਪ ਸੰਗਤਾਂ ਦੇ ਨਾਲ ਸੋਦਰ ਰਾਗ ਆਸਾ ਮਹਿਲਾ ਦਾ ਸ਼ਬਦ ਕਰਨ ਤੋਂ ਪਹਿਲਾਂ ਇਸ ਸ਼ਬਦ ਦੀ ਵਿਚਾਰ ਅੱਜ ਸਾਂਝੀ ਕਰਾਂਗੇ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਜਿਤਨੀ ਵੀ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਨਕਮਸਤਕ ਹੋ ਰਹੀਆਂ ਹਨ, ਆਓ ਇਸ ਸ਼ਬਦ ਦਾ ਮੂਲ ਪਾਠ ਕਰਾਂਗੇ। ਫਿਰ ਗੁਰੂ ਸਾਹਿਬ ਜੀ ਨੇ ਜੋ ਇਸ ਦੇ ਵਿੱਚ ਉਪਦੇਸ਼ ਦੱਸਿਆ ਹੈ, ਕਿਉਂਕਿ ਕਈ ਵਾਰੀ ਜਦੋਂ ਗੁਰੂ ਸਾਹਿਬ ਕੋਈ ਉਪਦੇਸ਼ ਬਖਸ਼ਦੇ ਹਨ ਤੇ ਸਾਡੇ ਜ਼ਿਹਨ 'ਚ ਫਿੱਟ ਨਹੀਂ ਹੁੰਦਾ। ਕਈ ਵਾਰੀ ਤਾਂ ਐਸਾ ਹੁੰਦਾ ਕਿ ਕਈ ਸਾਲ ਲੰਘ ਜਾਂਦੇ ਹਨ, ਜਿਗਿਆਸਾ ਹੁੰਦੀ ਹੈ ਅਰਥ ਜਾਣਨ ਦੀ, ਪਰ ਅਰਥ ਕਈ ਵਾਰੀ ਸੁਣ ਕੇ ਵੀ ਨਹੀਂ ਪਤਾ ਲੱਗਦੇ, ਕਿਉਂਕਿ ਅਰਥ ਵੀ ਕਈ ਢੰਗ ਨਾਲ ਕੀਤੇ ਜਾਂਦੇ ਹਨ। ਇੱਕ ਹੁੰਦਾ ਸ਼ਬਦ ਅਰਥ, ਕੱਲੇ ਕੱਲੇ ਸ਼ਬਦ ਦਾ ਅਰਥ। ਇੱਕ ਹੁੰਦਾ ਪਦ ਅਰਥ, ਤੁਕਾਂ ਦੇ ਅਰਥ, ਭਾਵ ਅਰਥ। ਕਿਉਂਕਿ ਅਰਥ ਜਦੋਂ ਆਪਾਂ ਕਰਦੇ ਹਾਂ ਤੇ ਕਈ ਵਾਰੀ ਜੇ ਭਾਵ ਅਰਥ ਨਾ ਕਰੀਏ ਤੇ ਸ਼ਬਦ ਅਰਥ ਪਦ ਅਰਥ ਤੋਂ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਪੰਕਤੀ ਦਾ ਭਾਵ ਕੀ ਹੈ। ਸੋ ਆਓ ਭਗਤੀ ਦਾ ਭਾਵ ਵੀ ਨਾਲ ਜਾਣ ਸਕੀਏ। ਸੋ ਸਾਰਿਆਂ ਨੇ ਪਹਿਲਾਂ ਉੱਚੀ ਆਵਾਜ਼ 'ਚ ਇਸ ਸ਼ਲੋਕ ਦਾ ਪਾਠ ਕਰਨਾ। ਉਪਰੰਤ ਗੁਰੂ ਸਾਹਿਬ ਜੀ ਦੀ ਅਸੀਸ ਸਦਕਾ ਅੱਗੇ ਵਧਾਂਗੇ। ਸਾਰਿਆਂ ਨੇ ਪ੍ਰੇਮ ਸਹਿਤ ਗੁਰੂ ਮਹਾਰਾਜ ਜੀ ਦੀ ਅਸੀਸ ਪ੍ਰਾਪਤ ਕਰਨੀ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਫਤ ਸੁਹਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਿਹਾ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਆਸਾ ਕੀ ਵਾਰ ਦੇ ਵਿੱਚ ਦਰਜ ਹੈ। ਸੋਦਰ ਰਹਿਰਾਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਲੋਕ ਦਰਜ ਨਹੀਂ ਹੈ। ਜਦੋਂ ਆਪਾਂ ਆਸਾ ਕੀ ਵਾਰ ਸੁਣਦੇ ਹਾਂ, ਉੱਥੇ ਇਹ ਸ਼ਲੋਕ ਦਰਜ ਕੀਤਾ ਹੈ। ਦਾਸ ਨੇ ਇਸ ਕਰਕੇ ਸ਼ਲੋਕ ਲਿਆ ਕਿ ਸਾਨੂੰ ਜੋ ਕਈ ਵਾਰੀ ਅਸੀਂ ਸੁਣਦੇ ਹਾਂ, ਕੀਰਤਨ ਦੇ ਰਾਹੀਂ, ਪਾਠ ਦੇ ਰਾਹੀਂ ਸਾਡੇ ਮਨ ਵਿੱਚ ਉਸ ਦੀ ਨਾਲ ਵਿਚਾਰ ਚਲੇ। ਕਿਉਂਕਿ ਰੋਜ਼ ਪੜ੍ਹਨ ਵਾਲੀਆਂ ਚੀਜ਼ਾਂ, ਸੁਣਨ ਵਾਲੀਆਂ ਚੀਜ਼ਾਂ ਹਨ। ਅਸੀਂ ਅਕਸਰ ਪੜ੍ਹਦੇ ਅਤੇ ਸੁਣਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ, ਸ਼ਲੋਕ ਦੇ ਰਾਹੀਂ ਜੋ ਵਿਚਾਰ ਸਾਡੇ ਸਮਕਸ਼ ਰੱਖੇ, ਉਹ ਬੜੇ ਕਮਾਲ ਦੇ ਹਨ। ਕਿਉਂਕਿ ਜਦੋਂ ਅਸੀਂ ਰੱਬ ਨੂੰ ਕਿਤੇ ਵੱਖਰਾ ਸੱਚਖੰਡ ਵਿੱਚ ਬੈਠਾ ਮੰਨ ਲੈਂਦੇ ਹਾਂ, ਸੱਤਵੇਂ ਅਸਮਾਨ 'ਤੇ ਮੰਨ ਲੈਂਦੇ ਹਾਂ,
किते सुमेध पर्वत ते चढ़िया बैठा है, जां किते होर मन लैंदे। उस वेले की है कि साडे ते उसदी विथ वध जांदी है। साडे मन दे अंदर ये ख्याल पैदा होने लग पैंदे भी रब दूर है, किहड़ा देख रहा। जदों माड़ा काम करना हुंदा ना, बंदा कहंदा भी रब तो दूर है, सतवें असमान ते बैठा, इत्थे जो करना कर लो। उस वेले देख लांगे जदों कि लेखे जोखे होणगे। पर जे आपां नूं गुरु साहब ने ये दस ही दिता कि वो तेरे नाल ही वसदा है, क्योंकि सारी कुदरत विच है, सारियां थावां ते है, तेरे नाल वस रहा है। जिन्हां दी ये विचार सी कि वो किते सचखंड च बैठा है, कोई कहंदा सी वो किते इंद्र लोक च बैठा होया, कोई कहंदा स्वर्ग लोक विच है, कोई कहंदा सी सतवें असमान ते निवास उसदा। गुरु साहब जी ने लोकां दे ये भुलेखे दूर कीते, क्योंकि जदों बंदा उसनूं दूर समझदा सी ते वो पाप करदा सी। जिवें महाराज दी पंक्ति आउंदी है कि मनुखी ख्याल होण करके ना वो आले दुआले वेखदा, हट पट्टन विच मंदर भन्नै, कर चोरी कर आवै, अगों देखै पिछों देखै, तुझ ते कहाँ छपावै। क्योंकि उन्होंने ये भुल ही जाता सी भी रब तो देख रहा बंदे नूं, क्योंकि उन्होंने ऐसी भी रब तो सतवें असमान ते बैठा, बंदा कोई देख सकता। किते आंढी गुआढ़ी आले दुआले वाला बंदा कोई देख ना लवे मेरे काम नूं, जो मैं काम कर रहा हाँ। हट पट्टन, पट्टन का अर्थ हुंदा बाजार, हट का अर्थ हुंदा दुकान। पाओ कि किसी दे बाजार दे विचों दुकान च की करदा ये चोरी कर लैंदा। हट पट्टन विच मंदर भन्नै, मंदर का अर्थ हुंदा घर, भन्नै का अर्थ है तोड़ दिंदा, कंधा तोड़ दिंदा सी। पुरातन समय चोरी का सिस्टम ये सी कि पूरी पूरी कंध कट लई जाती सी, पिछों जाके चोरी कर लई जाती सी। हुण तुसीं वेखदे हो लोकां दे शटर तोड़ के चोरी कर लैंदे, लोग ताले तोड़ लैंदे ने। ते ये ख्याल रखदा सी बंदा भी कोई आसे पासे आले दुआले देख ना रहा हो, कि पता ना चल जाए भी मैं चोरी मैं कीती। पर गुरु साहब जी ने मनुख का एक ख्याल भी दूर कर दिता भी रब का तेरे दिल दिमाग च है ही नहीं सी। तू समझा सी कोई बंदा ना देख लवे। ते महाराज कहने जे तैनूं ऐसा भुलेखा है कि लोगों की नज़र तो बच जावां तो मैं बच गया, पर परमात्मा की नज़र तो तू किते भी नहीं बचेगा। हट पट्टन विच मंदर भन्नै, कर चोरी कर आमै, अगों देखै पिछों देखै, तुझ ते कहाँ छपावै। भी अगे पिछे देख लिया पर परमात्मा कोलों कौन छपा सकता। क्यों अज गुरु साहब जी कह रहे ने, कहंदे बलिहारी कुदरत वसिया, तेरा अंत ना जाई लखिया रहाओ। इस शब्द का सलोक का केंद्री भाव है। मैं कहंदे हे कुदरत विच वस रहे करतार। बलिहारी का अर्थ है कुर्बान होना, सदके जाना। कुदरत वसिया ਇਹਦਾ अर्थ करेंगे कुदरत वसदा, तो हे कुदरत विच वस रहे करतार बलिहारी, मैं तेरे तो सदके हाँ, मैं तेरे तो कुर्बान जाता हाँ। ते नाल कह दिता तेरा अंत ना जाई लखिया, तेरा अंत पाया नहीं जा सकता, लखिया नहीं जा सकता। तो कितना को वड्डा है, बेशुमार है, उस बारे तैनूं जानिया नहीं जा सकता। पर हमारे कहने ये गल पक्की है कि तू कुदरत दे विच वस रहा है। कोई ऐसी चीज़ नहीं जिहदे विच तू नहीं वस रहा। हुणी बीबियां पासों आप जी ने शब्द सरवण कीता, सब गोबिंद है, सब गोबिंद है, गोबिंद बिन नहीं कोई। उस तो बिना होर कोई है नहीं। सारिਆਂ ਵਿੱਚ ਉਹੀ ਵਸ ਰਿਹਾ ਹੈ। हर एक ਸਹਿ ਦੇ ਵਿੱਚ परमात्मा भरपूर है। ਇਹ ਤਾਂ पार ब्रह्म ਦੀ लीला है संसार। इस करके उस लीला नूं समझना, और जदों असीं कुदरत विच वसदा देख लवांगे तो इस तो कुर्बान जावांगे। हुण तुसीं कहोगे भी कुदरत दिखाई तो नहीं दिंदा। कुदरत दे विच दिखाई नहीं दिंदा, पर कुदरत तो दिखाई दिंदी है ना। तो एक खेड साडू कहने उस परमात्मा दी है। मेरे प्रभु साचा एक खेल रचाया, कोई ना किसी ही जिहा उपाया। एक पत्ते वर्गा दूजा पत्ता नहीं, एक टहनी दूजे नाल नहीं मिलती।
ਇੱਕ ਰੁੱਖ ਦੂਜੇ ਨਾਲ ਨਹੀਂ ਮਿਲਦਾ। ਇਹ ਸਭ ਕੀ ਹੈ? ਸਤਿਗੁਰੂ ਕਹਿੰਦੇ ਇਹ ਉਸ ਪਰਮਾਤਮਾ ਦੀ ਹੀ ਇੱਕ ਖੇਡ ਹੈ। ਅਚਰਜ ਕੋਤਕ ਨੇ ਵਾਹਿਗੁਰੂ ਜੀ ਦੇ, ਪਰਮੇਸ਼ਰ ਜੀ ਦੇ। ਇਸ ਕਰਕੇ ਅਸੀਂ ਉਸ ਦੀ ਕੁਦਰਤ ਦੇ ਵਿੱਚੋਂ ਕਾਦਰ ਨੂੰ ਦੇਖਣਾ, ਉਹਦੇ ਕੰਮਾਂ ਵਿੱਚ ਉਸ ਨੂੰ ਵਡਿਆਣਾ ਵੀ ਤੂੰ ਕਮਾਲ ਦੇ ਕੰਮ ਕਰ ਰਿਹਾ। ਇਹ ਸਾਰੇ ਕੰਮ ਤਾਂ ਪਰਮਾਤਮਾ ਦੇ ਹੀ ਨੇ। ਅਜਬ ਕੰਮ ਕਰਤੇ ਪ੍ਰਭ ਤੇਰੇ, ਤੇਰੇ ਕੰਮ ਵਾਹਿਗੁਰੂ ਜੀ ਹੈਰਾਨ ਕਰ ਦਿੰਦੇ ਨੇ। ਜਦੋਂ ਆਪਾਂ ਉਸ ਮਾਲਕ ਨੂੰ ਦੇਖਦੇ ਹਾਂ ਤੇ ਖਿਨ ਮੈਂ ਅਬਰ ਖਿਨੈ ਮੈਂ ਅਬਰਾ ਅਚਰਜ ਚਲਤ ਤੁਮਾਰੇ, ਉਹ ਖਿਨ ਦੇ ਅੰਦਰ ਕੁਛ ਦਾ ਕੁਛ ਕਰ ਦਿੰਦਾ ਹੈ। ਜਦੋਂ ਕੁਛ ਦਾ ਕੁਛ ਹੁੰਦਾ ਉਹ ਕਰਨ ਵਾਲਾ ਮਾਲਕ ਨੇ ਕਰਤਾ ਹੈ, ਕਿਉਂਕਿ ਉਹ ਕੁਦਰਤ ਵਿੱਚ ਵਸ ਰਿਹਾ। ਉਸਦੀ ਖੇਡ ਹੈ ਕਿ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਖਧਾਰੀ। ਬੰਦਾ ਕਹਿੰਦਾ ਮੈਂ ਡਿਗਰੀਆਂ ਹਾਸਲ ਕਰ ਲਈਆਂ, ਪਰ ਉਸਦੇ ਘਰ ਦੇ ਵਿੱਚ ਤਾਂ 1 ਮਿੰਟ ਨਹੀਂ ਲੱਗਦਾ ਕਿ ਜਿੰਨੇ ਬੜੀ ਡਿਗਰੀਆਂ ਹਾਸਲ ਕੀਤੀਆਂ ਹੋਣ ਤੇ ਕਦੋਂ ਬੰਦੇ ਦਾ ਦਿਮਾਗ ਚੱਲ ਜਾਂਦਾ। ਡਿਗਰੀਆਂ ਕਿਸੇ ਕੰਮ ਨਹੀਂ ਆਉਂਦੀਆਂ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਕਿ ਉਸ ਤੋਂ ਸਦਕੇ ਹੋਣਾ ਹੈ ਜਿਹੜਾ ਕਿ ਕੁਦਰਤ ਦੇ ਵਿੱਚ ਵਸ ਰਿਹਾ ਹੈ, ਕਰਤਾ, ਕੁਦਰਤ ਨੂੰ ਬਣਾਉਣ ਵਾਲਾ। ਮਹਾਰਾਜ ਕਹਿੰਦੇ ਮੈਂ ਤਾਂ ਸਦਕੇ ਹਾਂ, ਮੈਂ ਕੁਰਬਾਨ ਜਾਂਦਾ ਹਾਂ। ਇਸ ਕਰਕੇ ਤੇ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਉਸ ਮਾਲਕ ਦੀ ਬਣਾਈ ਕੁਦਰਤ ਨੂੰ ਵੇਖੋ ਨਾ, ਕਈ ਵਾਰੀ ਤਾਂ ਵੈਸੇ ਆਪਣੇ ਆਪ ਮੁਹਾਰੇ ਨਿਕਲ ਜਾਂਦਾ, ਵਾਹ ਕਿਤੇ ਫੁੱਲ ਬਗੀਚੇ, ਸਮੁੰਦਰ ਦੇ ਵਿੱਚੋਂ ਬਾਤ ਦੀਆਂ ਮੱਛੀਆਂ, ਉਸਦੀ ਬਣਾਈ ਕੁਦਰਤ ਨੂੰ ਜਦੋਂ ਬੰਦਾ ਤੱਕਦਾ ਜਿਹੜੀ ਕਦੀ ਦੇਖੀ ਨਾ ਹੋਵੇ। ਇੱਕ ਵਾਰ ਉਚਾਰਨ ਕਰੋ ਸਤਿਨਾਮ। ਬੰਦਾ ਕਹਿੰਦਾ ਵਾਹ ਇਤਨੀ ਸੁੰਦਰ। ਉਹ ਜਦੋਂ ਵਾਹ ਆਪਾਂ ਕਹਿੰਦੇ ਤੇ ਉਹ ਵਾਹ ਕਿਸ ਨੂੰ ਕਹਿ ਰਿਹਾ? ਉਸ ਪਰਮਾਤਮਾ ਨੂੰ, ਕਿ ਤੂੰ ਵਾਹ ਹੈ, ਤੂੰ ਇਤਨੀ ਸੁੰਦਰ ਕੁਦਰਤ ਨੂੰ ਸਾਜੇ, ਇਤਨੀ ਸੋਹਣੀ ਕੁਦਰਤ ਬਣਾਈ। ਤੇ ਮਰ ਕਹਿੰਦੇ ਮੈਂ ਬਲਿਹਾਰ ਹਾਂ। ਫਿਰ ਕਹਿਣ ਲੱਗੇ ਮਹਾਰਾਜ ਦੁੱਖ ਦਾਰੂ ਸੁਖ ਰੋਗ ਪਹਿਆ, ਜਾ ਸੁਖ ਤਾਮ ਨਾ ਹੋਈ। ਹੇ ਪ੍ਰਭੂ ਤੇਰੀ ਅਜਬ ਕੁਦਰਤ ਹੈ। ਇਹ ਕੁਦਰਤ ਹੈਰਾਨ ਕਰ ਦੇਣ ਵਾਲੀ ਹੈ। ਦੁੱਖ ਦਾਰੂ, ਜਿਹੜੀ ਵਿਪਤਾ ਹੈ, ਦੁੱਖ ਹੈ, ਜੀਵਾਂ ਦੇ ਰੋਗਾਂ ਦਾ ਇਲਾਜ ਬਣ ਜਾਂਦੀ ਹੈ। ਦਾਰੂ ਦਾ ਅਰਥ ਹੈ ਦਵਾਈ। ਵਿਪਤਾ ਆ ਜਾਏ ਤੇ ਬੰਦਾ ਕੀ ਕਰਦਾ? ਉਸ ਨੂੰ ਯਾਦ ਕਰਦਾ ਹੈ। ਸੁੱਖ ਦੇ ਅੰਦਰ ਬੰਦਾ ਭੁੱਲ ਜਾਂਦਾ ਹੈ। ਇਹ ਸਾਡਾ ਸਾਰਿਆਂ ਦਾ ਨੇਚਰ ਹੈ। ਜਦੋਂ ਠੀਕ ਠਾਕ ਚੱਲ ਰਿਹਾ ਹੋਵੇ ਨਾ, ਫਿਰ ਕੁਛ ਯਾਦ ਨਹੀਂ ਆਉਂਦਾ। ਜਦੋਂ ਕੋਈ ਦੁੱਖ ਤਕਲੀਫ ਪਰੇਸ਼ਾਨੀ ਹੁੰਦੀ ਹੈ, ਫਿਰ ਸਾਨੂੰ ਗੁਰੂ ਵੀ ਚੇਤੇ ਆਉਂਦਾ, ਪਰਮਾਤਮਾ ਵੀ ਚੇਤੇ ਆਉਂਦਾ। ਜਦੋਂ ਸਾਨੂੰ ਕੋਈ ਵੱਡਾ ਧੱਕਾ ਬਣ ਜਾਏ ਨਾ, ਜਿਸ ਦੇ ਉੱਤੇ ਅਸੀਂ ਭਰੋਸਾ ਕੀਤਾ ਸੀ, ਉਹ ਭਰੋਸਾ ਟੁੱਟ ਜਾਏ, ਪਰਿਵਾਰ ਦਾ ਜੀ ਕੋਈ ਸਾਨੂੰ ਧੋਖਾ ਦੇ ਦੇਵੇ, ਸਾਡੇ ਨਾਲ ਕੁਛ ਐਸਾ ਵਰਤ ਜਾਏ, ਫਿਰ ਅਸੀਂ ਉਸ ਵਿਪਤਾ ਦੇ ਵਿੱਚ ਉਸ ਰੱਬ ਨੂੰ ਯਾਦ ਕਰਦੇ ਹਾਂ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਕਿ ਮਨੁੱਖ ਦੀ ਹਾਲਤ ਹੈ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕਿਉ ਨਾ ਕੋਈ। ਸਾਡੇ ਜਿਹੜੇ ਯਤਨ ਨੇ ਸਾਰੇ ਸੁੱਖਾਂ ਵਾਸਤੇ ਨੇ। ਇੱਕ ਯਤਨ ਦੱਸੋ ਜਿਹੜਾ ਕਿ ਦੁੱਖਾਂ ਦੇ ਵਿੱਚ ਵਾਸਤੇ ਹੋਵੇ। ਪਰ ਜਿਹੜਾ ਯਤਨ ਤੁਸੀਂ ਇੱਥੇ ਬੈਠ ਕੇ ਕਰ ਰਹੇ ਹੋ, ਇਹ ਹੈ ਦੁੱਖਾਂ ਦੇ ਵਿੱਚ ਤੁਹਾਡਾ ਸਹਾਈ ਹੋਣ ਵਾਲਾ। ਜਿਹੜਾ ਕਿ ਸਰੀਰ ਕਰਕੇ ਜੋ ਆਪਾਂ ਕਿਰਤ ਕਰਦੇ ਹਾਂ ਨਾ, ਰਿਸ਼ਤੇਦਾਰ ਸਾਗ ਸੰਬੰਧੀਆਂ ਨਾਲ ਬੜੇ ਮਿੱਠੇ ਰਹਿੰਦੇ ਹਾਂ, ਰਹਿਣਾ ਚਾਹੀਦਾ ਹੈ। ਕੁਦਰਤ ਮਾਲਕ ਦੀ ਬਣਾਈ ਹੋਈ ਹੈ, ਸਾਰਿਆਂ ਨਾਲ ਇਕਸਾਰਤਾ ਹੋਣੀ ਚਾਹੀਦੀ ਹੈ, ਪਿਆਰ ਲਾਡ ਹੋਣਾ ਚਾਹੀਦਾ ਸਾਰਿਆਂ ਨਾਲ। ਪਰ ਤੁਸੀਂ ਕਦੀ ਜੀਵਨ 'ਚ ਦੇਖਣਾ ਕਿ ਸੰਸਾਰ ਦੇ ਵਿੱਚ ਅਸੀਂ ਸਾਰੇ ਯਤਨ ਸੁੱਖ ਵਾਸਤੇ ਕਰਦੇ ਹਾਂ। ਹੇਰਾ ਫੇਰੀਆਂ ਕਰਦੇ ਹਾਂ ਤਾਂ ਸੁੱਖਾਂ ਵਾਸਤੇ ਕਰਦੇ ਹਾਂ। ਕਿਸੇ ਨੂੰ ਠੱਗਦੇ ਹਾਂ ਤਾਂ ਸੁੱਖਾਂ ਵਾਸਤੇ ਠੱਗਦੇ ਹਾਂ। ਕਿਸੇ ਨੂੰ ਧੋਖਾ ਦਿੰਦੇ ਹਾਂ ਤਾਂ ਸੁੱਖਾਂ ਵਾਸਤੇ ਦਿੰਦੇ ਹਾਂ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕਿਉ ਨਾ ਕੋਈ। ਕੋਈ ਦੁੱਖ ਵਾਸਤੇ ਯਤਨ ਕਰਦਾ? ਇਹ ਅਰਥ ਕੀ ਬਣਿਆ ਫਿਰ? ਦੁੱਖ ਕੋ ਕਿਉ ਨਾ ਕੋਈ। ਇਹਦਾ ਅਰਥ ਹੈ ਕਿ ਜਦੋਂ ਦੁੱਖ ਆਉਣਾ ਹੈ, ਉਸ ਦੁੱਖ ਦੇ ਵਿੱਚ ਜਿਹੜੀ ਚੀਜ਼ ਤੈਨੂੰ ਸਹਾਰਾ ਦੇਵੇ ਉਹ ਯਤਨ ਕੀਤਾ। ਦੁੱਖ ਵਿੱਚ ਕੌਣ ਸਹਾਰਾ ਦਿੰਦਾ ਜੀ? ਪਰਮਾਤਮਾ ਦਾ ਨਾਮ। ਹੋਰ ਤਾਂ ਕੋਈ ਚੀਜ਼ ਸਹਾਰਾ ਦਿੰਦੀ ਨਹੀਂ। ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸੈਸਾ ਨਹਿ ਚੂਕੈ, ਗੁਰ ਇਹ ਭੇਦ ਬਤਾਵੈ। ਕੇਵਲ ਉੱਥੇ ਕੀ ਹੈ? ਦੁੱਖ ਭੰਜਨ ਤੇਰਾ ਨਾਮ ਜੀ ਹੈ। ਤੇ ਮਹਾਰਾਜ ਕਹਿੰਦੇ ਦੁੱਖ ਦੇ ਵਾਸਤੇ ਜੋ ਤੇਰੇ ਕੰਮ ਆਉਣਾ। ਗੱਲ ਨੂੰ ਬੜੀ
ਡੂੰਘਾਈ ਨਾਲ ਤੇ ਬਰੋਡ ਮਾਈਂਡਡ ਹੋ ਕੇ ਸਮਝਣ ਦਾ ਯਤਨ ਕਰਨਾ ਕਿ ਜਦੋਂ ਜ਼ਿੰਦਗੀ ਵਿੱਚ ਸਾਡੇ ਦੁੱਖ ਆਉਂਦਾ ਹੈ, ਉਸ ਦੁੱਖ ਵਾਸਤੇ ਸਾਡਾ ਕਿਹੜਾ ਉਪਰਾਲਾ ਹੈ। ਕਿਉਂਕਿ ਜੋ ਦੁੱਖ ਵਿੱਚ ਸਾਨੂੰ ਸਹਾਰਾ ਦੇ ਸਕਦਾ ਹੈ, ਜੋ ਥੰਮੀ ਦੇ ਸਕਦਾ ਹੈ, ਗੁਰੂ ਨੇ ਤਾਂ ਹੀ ਸਾਨੂੰ ਦੱਸਿਆ ਕਿ ਜੋ ਮੰਦਰ ਕੋ ਥੰਮੈ ਥੰਬਨ ਤਿਉ ਗੁਰੂ ਕਾ ਸ਼ਬਦ ਮਨੈ ਅਸਥੰਬਨ। ਜਿਵੇਂ ਇਸ ਘਰ ਨੂੰ, ਗੁਰਦੁਆਰੇ ਨੂੰ ਪਿੱਲਰਾਂ ਨੇ ਰੋਕਿਆ ਹੋਇਆ, ਛੱਤ ਨੂੰ, ਇਸ ਤਰ੍ਹਾਂ ਜੇ ਸਾਡੇ ਜੀਵਨ ਦੇ ਵਿੱਚ ਸਾਡੇ ਮਨ ਨੂੰ ਕੋਈ ਦੁੱਖ ਵੇਲੇ ਟਿਕਾ ਸਕਦਾ ਹੈ, ਪਰੇਸ਼ਾਨ ਹੋਣ ਤੋਂ ਬਚਾ ਸਕਦਾ, ਤੇ ਉਹ ਗੁਰੂ ਕਾ ਸ਼ਬਦ ਹੈ। ਉਹ ਸਾਡੇ ਕੋਲ ਹੈ ਨਹੀਂ, ਉਸ ਵਾਸਤੇ ਯਤਨ ਨਹੀਂ ਸਾਡਾ ਵੀ ਗੁਰੂ ਦਾ ਸ਼ਬਦ ਵਿਚਾਰੀਏ, ਗੁਰੂ ਦੇ ਸ਼ਬਦ ਨਾਲ ਜੁੜੀਏ, ਵਾਰਤਾਲਾਪ ਕਰੀਏ, ਰੋਜ਼ ਉਸਦੇ ਨਾਲ ਨੇੜਤਾ ਵਧਾਈਏ, ਸ਼ਬਦ ਸੁਖੈਨ ਹੋ ਜਾਣ ਸਾਡੇ ਲਈ, ਉਹਦੇ ਅਰਥ ਸਮਝ ਆ ਜਾਣ। ਪਰ ਸੁੱਖਾਂ ਵਾਸਤੇ ਸਭ ਕੁਝ ਕਰ ਰਹੇ ਸੀ, ਹੇਰਾ ਫੇਰੀਆਂ, ਠੱਗੀਆਂ, ਮਾੜੇ ਕੰਮ ਵੀ ਕਰ ਰਹੇ ਵੀ ਸੁੱਖ ਸਾਡੇ ਘਰ 'ਚ ਆ ਜਾਣ। ਕਿਸੇ ਬੰਦੇ ਨੂੰ ਪੁੱਛੋ ਕਿ ਉਹ ਜੋ ਕੁਛ ਇਹ ਸਾਰਾ ਕੁਝ ਕਰਦਾ ਕਿਉਂ, ਉਹ ਕਹਿੰਦਾ ਵੀ ਮੇਰੇ ਘਰ 'ਚ ਸਾਰੀਆਂ ਵਸਤੂਆਂ ਹੋਣ, ਮੈਂ ਸੁਖੀ ਹੋਵਾਂਗਾ, ਇਸ ਕਰਕੇ ਮੈਂ ਹੇਰਾ ਫੇਰੀ ਵੀ ਕਰ ਲੈਂਦਾ, ਲੋਕਾਂ ਨੂੰ ਧੋਖਾ ਵੀ ਦੇ ਦਿੰਦਾ, ਠੱਗੀਆਂ ਵੀ ਮਾਰ ਲੈਂਦਾ, ਮੈਂ ਸਾਰੇ ਗਲਤ ਤਰੀਕੇ ਅਪਣਾ ਲੈਂਦਾ। ਪਰ ਇਹ ਸਭ ਕੁਝ ਸੁੱਖ ਵਾਸਤੇ ਕਰਦਾ। ਇਹ ਉਹਨੂੰ ਨਹੀਂ ਪਤਾ ਵੀ ਇਹ ਸੁੱਖ ਵਾਸਤੇ ਕਰ ਰਿਹਾ, ਮਿਲਣਾ ਇਸ ਦੇ ਨਾਲ ਦੁਖੀ ਹੈ। ਕਿਉਂਕਿ ਜਦੋਂ ਕੋਈ ਚੀਜ਼ ਵੱਧ ਆ ਜਾਏ ਨਾ ਲੋੜ ਤੋਂ, ਉਹ ਬੰਦੇ ਦੇ ਜੀਵਨ 'ਚ ਫਿਰ ਵਿਕਾਰ ਪੈਦਾ ਕਰਦੀ ਹੈ। ਬਿਨਾਂ ਮਿਹਨਤ ਕੀਤੇ ਚੀਜ਼ਾਂ ਮਿਲ ਜਾਣ, ਯਾਦ ਰੱਖਣਾ, ਫਿਰ ਵਿਕਾਰ ਪੈਦਾ ਕਰਦੀ ਹੈ। ਜਿਹੜਾ ਬੰਦੇ ਨੇ ਬੜੀ ਮਿਹਨਤ ਕੀਤੀ ਹੋਵੇ ਨਾ ਜੀਵਨ 'ਚ, ਉਹਨੂੰ ਜੋ ਮਿਲਦਾ ਉਹ ਬੜੇ ਹਿਸਾਬ ਨਾਲ ਉਹਨੂੰ ਵਰਤਦਾ, ਜੇ ਮਿਹਨਤ ਕੀਤੀ ਹੋਏਗੀ ਤਾਂ। ਕਿਉਂਕਿ ਉਹਨੇ ਮਿਹਨਤ ਕਰਕੇ ਧਨ ਕਮਾਇਆ, ਮਿਹਨਤ ਕਰਕੇ ਜੀਵਨ ਕਮਾਇਆ, ਮਿਹਨਤ ਕੀਤੀ। ਜਿਹਨੂੰ ਬਿਨਾਂ ਕਮਾਇਆ, ਬਿਨਾਂ ਕੀਤਿਆਂ ਸਭ ਕੁਝ ਮਿਲ ਜਾਏ, ਉਹ ਬੰਦਾ ਫਿਰ ਆਲਸੀ ਵੀ ਹੋ ਜਾਂਦਾ, ਉਹ ਬੰਦਾ ਫਿਰ ਹੋਰ ਪਾਸੇ ਵੀ ਤੁਰ ਪੈਂਦਾ। ਇਸ ਕਰਕੇ ਗੁਰੂ ਪਿਤਾ ਜੀ ਨੇ ਆਖਿਆ, ਤੂੰ ਯਤਨ ਸੁੱਖਾਂ ਵਾਸਤੇ ਕਰ ਰਿਹਾ, ਕੱਲ੍ਹ ਨੂੰ ਦੁੱਖ ਆ ਗਿਆ। ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ, ਪਹਿਰਾ ਜਾਏ ਮਨੁੱਖ ਦੋ ਕੱਪੜੇ ਨੇ। ਅੱਜ ਸੁੱਖ ਹੈ ਤੇਰੇ ਕੋਲ, ਕੱਲ੍ਹ ਦੁੱਖ ਵੀ ਆਉਣਾ, ਤੇ ਦੁੱਖ ਵੇਲੇ ਕਿਹੜਾ ਕੱਪੜਾ ਪਾਏਗਾ। ਤੇਰੇ ਕੋਲ ਤਾਂ ਉਹ ਨਾਮ ਸਿਮਰਨ ਵਾਲਾ ਹੈ ਹੀ ਨਹੀਂ, ਉਹ ਗੁਰੂ ਸਾਹਿਬ ਦਾ ਸ਼ਬਦ ਤੂੰ ਵਿਚਾਰਿਆ ਹੀ ਨਹੀਂ, ਗੁਰੂ ਕੀ ਸਿੱਖਿਆ ਨੂੰ ਜੀਵਨ 'ਚ ਟਿਕਾਇਆ ਹੀ ਨਹੀਂ, ਗੁਰੂ ਕੇ ਉਪਦੇਸ਼ ਦੀ ਕਮਾਈ ਕੀਤੀ ਹੀ ਨਹੀਂ। ਮਹਾਰਾਜ ਕਹਿੰਦੇ ਨੇ ਇਸ ਕਰਕੇ ਆਪਣੇ ਜੀਵਨ ਦੇ ਵਿੱਚ, ਕਿਉਂਕਿ ਯਤਨ ਬਹੁਤ ਸੁੱਕੇ ਕੀਏ ਦੁੱਖੋ ਕਿਉ ਨਾ ਕੋਏ, ਕਹੋ ਨਾਨਕ ਸੁਣਦੇ ਮਨਾ ਹਰ ਭਾਵੇ ਸੋ ਹੋਏ। ਜੋ ਹਰੀ ਨੂੰ ਭਾਵੇਗਾ ਹੋਏਗਾ, ਤੇ ਉਹ ਚਾਹੇ ਤਾਂ ਅੱਜ ਸੁੱਖ ਦੇ ਰੱਖਾ, ਕੱਲ੍ਹ ਨੂੰ ਦੁੱਖ ਵੀ ਦੇ ਸਕਦਾ। ਅੱਜ ਦੁੱਖ ਹੈ ਤੇ ਕੱਲ੍ਹ ਨੂੰ ਸੁੱਖ ਵੀ ਦੇ ਦੇਗਾ। ਤੇਰੇ ਹੱਥ ਵਿੱਚ ਨਹੀਂ। ਤੂੰ ਕਹਵੇਂ ਵੀ ਮੈਂ ਯਤਨ ਕਰ ਰਿਹਾ ਸੁੱਖਾਂ ਵਾਸਤੇ ਸੁੱਖ ਹੀ ਮਿਲੇਗਾ, ਐਸਾ ਨਹੀਂ ਹੈ। ਮਿਲੀ ਹੋਈ ਚੀਜ਼ਾਂ ਵੀ ਕਈ ਵਾਰ ਦੁੱਖ ਦੇ ਜਾਂਦੀਆਂ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ, ਸੰਸਾਰ ਦੇ ਵਿੱਚ ਇੱਕ ਰੱਬ ਤੋਂ ਬਿਨਾਂ ਜੋ ਕੁਛ ਮਿਲਿਆ ਉਹ ਵੀ ਕਈ ਵਾਰ ਦੁਖਦਾਈ ਹੋ ਜਾਂਦਾ। ਰੱਬ ਤੋਂ ਬਿਨਾਂ ਜੋ ਕੁਛ ਮਿਲਦਾ ਨਾ, ਕਈ ਵਾਰ ਉਹ ਵੀ ਦੁੱਖ ਦਾ ਕਾਰਨ ਬਣ ਜਾਂਦਾ। ਧਨ, ਪਦਾਰਥ, ਸੰਸਾਰ ਦੀਆਂ ਵਸਤੂਆਂ, ਪਰਿਵਾਰ, ਕਿਉਂਕਿ ਸੰਸਾਰ ਦੇ ਵਿੱਚ ਵਿਚਰਦੇ ਹੋਏ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ, ਬਹੁਤ ਕੁਛ ਐਸਾ ਦਿਖਾਇਆ ਜੀਵਨ 'ਚ, ਜਿੱਥੇ ਦੇਖ ਕੇ ਲੱਗਿਆ ਬਈ ਸੱਚੇ ਪਾਤਸ਼ਾਹ ਸੱਚੀ ਕਿ ਇਹ ਮੰਗ ਨਹੀਂ ਸੀ ਮੰਗਣੀ ਚਾਹੀਦੀ। ਬੜੀ ਵਾਰੀ ਇਸ ਤਰ੍ਹਾਂ ਜ਼ਿੰਦਗੀ ਦੇਖਿਆ, ਔਰ ਬੜੇ ਨੇੜੇ ਹੋ ਕੇ ਚੀਜ਼ਾਂ ਨੂੰ ਅਨੁਭਵ ਕਰਨ ਦਾ ਮੌਕਾ ਮਿਲਿਆ ਜੀਵਨ 'ਚ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਆਪਣੇ ਜੀਵਨ ਦੇ ਵਿੱਚ ਤੂੰ ਇੱਕ ਕੰਮ ਕਰ, ਕਿਉਂਕਿ ਸਾਡਾ ਇੱਕ ਜੀਵਨ ਹੈ, ਸੁਖ ਮੈਂ ਬਹੁ ਸੰਗੀ ਪਹੇ, ਦੁੱਖ ਮੈਂ ਸੰਗ ਨਾ ਕੋਈ। ਸੁੱਖ ਦੇ ਵਿੱਚ ਬਹੁਤ ਸਾਰੇ ਸਾਥੀ ਬਣ ਜਾਂਦੇ, ਜਿਹਨੂੰ ਮਹਾਰਾਜ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚੌਂ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਜਦੋਂ ਸੁੱਖ ਹੁੰਦਾ ਸਾਡੇ ਕੋਲ ਬਹੁਤ ਸਾਰੇ ਸਾਥੀ ਬਣ ਜਾਂਦੇ ਨੇ। ਸੁਖ ਮੈਂ ਬਹੁਤ ਸੰਗੀ, ਸੰਗੀ ਦਾ ਅਰਥ ਹੈ ਸਾਥੀ, ਦੋਸਤ, ਮਿੱਤਰ। ਪਰ ਦੁੱਖ ਦੇ ਵਿੱਚ ਨਹੀਂ ਬਣਦੇ। ਅਸਲ ਵਿੱਚ ਸਿਆਣੇ ਕਹਿੰਦੇ ਨੇ ਬੰਦੇ ਦੀ ਪਰਖ ਹੀ ਉਦੋਂ ਹੁੰਦੀ ਹੈ ਜਦੋਂ ਬੰਦੇ ਦੇ ਉੱਤੇ ਦੁੱਖ ਆਏ, ਕਿ ਦੁੱਖ ਦੇ ਵਿੱਚ ਉਹਦੇ ਨਾਲ ਕੌਣ ਖਲੋਤਾ ਹੋਇਆ। ਸੁੱਖ ਵਿੱਚ ਕਦੀ ਪਰਖ ਨਹੀਂ ਕਰ ਸਕਦੇ ਬੰਦੇ ਦੀ। ਤੁਹਾਡੇ ਕੋਲ ਬਹੁਤ ਸਹੂਲਤਾਂ ਨੇ, ਸੁੱਖ ਹੈ, ਤੁਸੀਂ ਬੰਦੇ ਨੂੰ ਪਰਖ ਨਹੀਂ ਸਕਦੇ। ਪਰਖਿਆ ਜਾਂਦਾ ਬੰਦਾ ਦੁੱਖ ਵਿੱਚ, ਕੌਣ ਤੁਹਾਡੇ ਨਾਲ ਖਲੋਤਾ ਹੋਇਆ। ਦੁੱਖ ਵਿੱਚ ਹੀ ਬੰਦੇ ਦੇ ਦੂਜੇ ਦੇ ਭੇਦ ਖੁੱਲ੍ਹਦੇ ਨੇ। ਜਿਹੜਾ ਤੁਹਾਡਾ ਭਰੋਸਾ ਸੀ ਨਾ, ਉਹ ਦੁੱਖ ਵਿੱਚ ਹੀ ਜਾ ਕੇ ਟੁੱਟਦਾ। ਅੱਖਾਂ ਕਹਿ ਲਈਏ ਨਾ, ਸਿਆਣੇ ਕਹਿੰਦੇ ਅੱਖਾਂ ਬੰਦੇ ਦੀ ਖੁੱਲ੍ਹਦੀਆਂ ਜਦੋਂ ਆਪਣੇ ਪਿੰਡੇ 'ਤੇ ਦੁੱਖ ਆ ਜਾਏ, ਤਾਂ ਅੱਖਾਂ ਖੁੱਲ੍ਹਦੀਆਂ ਵੀ ਜਿਹਨੂੰ ਮੈਂ ਸਮਝਦਾ ਸਾਥੀ, ਉਹਦੇ ਸਾਥੀ ਨਿਕਲਿਆ ਕੋਈ ਨਹੀਂ। ਇਹ ਤਾਂ ਸਾਰੇ ਐਵੇਂ ਵਿਅਰਥ ਰਿਸ਼ਤੇ ਨਾਤੇ ਜੋੜੀ ਫਿਰਦਾ ਸੀ ਮੈਂ। ਇਹ ਸੱਚਾਈ ਹੈ ਗੁਰੂ ਸਾਹਿਬ ਕਹਿੰਦੇ ਪਾਣੀ 'ਚ। ਸੁਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਈ। ਦੁੱਖ ਦੇ ਅੰਦਰ ਸਾਥੀ ਨਹੀਂ ਬਣਦੇ। ਇਸ ਕਰਕੇ ਮਹਾਰਾਜ ਕਹਿੰਦੇ ਦੁੱਖ ਆਉਣ ਨਾਲ ਕੀ ਹੁੰਦਾ ਹੈ,
ਦੁੱਖ ਦਵਾਈ ਬਣ ਜਾਂਦਾ, ਦੁੱਖ ਦਾਰੂ ਸੁਖ ਰੋਗ ਭਇਆ। ਮਹਾਰਾਜ ਕਹਿੰਦੇ ਤੇਰੀ ਕੁਦਰਤ ਬੜੀ ਅਜਬ ਹੈ, ਹੈਰਾਨ ਕਰ ਦੇਣ ਵਾਲੀ ਹੈ। ਕਹਿੰਦੇ ਜਦੋਂ ਵਿਪਤਾ ਜੀਵਾਂ ਦੇ ਉੱਤੇ ਆਉਂਦੀ ਹੈ ਤੇ ਉਹ ਵਿਪਤਾ ਜਿਹੜੀ ਹੈ, ਉਹ ਰੋਗ ਜਿਹੜੇ ਨੇ, ਉਹ ਦੁੱਖ ਜਿਹੜੇ ਨੇ, ਉਹ ਦਵਾਈ ਬਣ ਜਾਂਦੇ ਹਨ। ਗੱਲ ਸਮਝ ਆ ਰਹੀ ਹੈ ਨਾ ਵੀ ਰੋਗ ਦਵਾਈ ਕਿਵੇਂ ਬਣ ਗਏ, ਦੁੱਖ ਦਵਾਈ ਕਿਵੇਂ ਬਣ ਗਏ, ਵਿਪਤਾ ਆਈ ਦਵਾਈ ਕਿਵੇਂ ਬਣ ਗਈ। ਮਹਾਰਾਜ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ। ਤੇ ਜਦੋਂ ਸੁਖ ਉਹਨਾਂ ਲਈ ਦੁੱਖਾਂ ਦਾ ਕਾਰਨ ਹੋ ਜਾਂਦੇ ਹਨ, ਸੁਖ ਰੋਗ ਭਇਆ। ਹੁਣ ਸੁਖ ਰੋਗ ਕਿਉਂ ਬਣ ਜਾਂਦੇ ਨੇ, ਵਿਪਤਾ ਜਿਹੜੀ ਹੈ ਉਹ ਦਵਾਈ ਕਿਉਂ ਬਣ ਜਾਂਦੀ ਹੈ। ਤੁਸੀਂ ਕਦੀ ਆਪਣੇ ਜੀਵਨ 'ਚ ਨੇੜੇ ਹੋ ਕੇ ਵੇਖਿਆ ਹੋਏਗਾ ਕਿ ਜਦੋਂ ਸਾਡੇ ਜੀਵਨ ਵਿੱਚ ਕੋਈ ਵਿਪਤਾ, ਕੋਈ ਦੁੱਖ, ਕੋਈ ਤਕਲੀਫ ਸਾਨੂੰ ਹੁੰਦੀ ਹੈ, ਉਸ ਵੇਲੇ ਅਸੀਂ ਆਪਣੇ ਜੀਵਨ ਵਿੱਚੋਂ ਬੁਰਾਈਆਂ ਨੂੰ ਤਿਆਗਦੇ ਹਾਂ, ਉਹਨਾਂ ਦਾ ਤਾਂ ਖਿਆਲ ਵੀ ਨਹੀਂ ਜਾਂਦਾ। ਬੰਦਾ ਬਿਮਾਰ ਹੋ ਜਾਏ, ਸਮਝ ਆ ਜਾਏ ਜਾਂ ਅੱਗਾ ਦਿਖਣ ਲੱਗ ਪਵੇ ਕਿ ਹੁਣ ਚਲੇ ਹੀ ਜਾਣਾ, ਉਹ ਕਿਸੇ ਨਾਲ ਠੱਗੀ ਮਾਰੇਗਾ? ਨਹੀਂ ਮਾਰੇਗਾ। ਕਿਹਨੂੰ ਧੋਖਾ ਦੇਗਾ, ਕਿਹਨੂੰ ਮਾੜਾ ਬੋਲੇਗਾ? ਨਹੀਂ। ਹੁਣ ਫਿੱਕੇ ਵਚਨ ਵੀ ਜੀਵਨ 'ਚੋਂ ਚਲੇ ਗਏ, ਧੋਖਾ ਵੀ ਨਹੀਂ ਦੇ ਰਿਹਾ, ਹੁਣ ਕਿਸੇ ਨੂੰ ਮਾੜਾ ਵੀ ਨਹੀਂ ਬੋਲ ਰਿਹਾ, ਕਿਉਂਕਿ ਦੁੱਖ ਆ ਗਿਆ, ਵਿਪਤਾ ਆ ਗਈ। ਤੇ ਵਿਪਤਾ ਨੇ ਘੇਰਿਆ ਹੋਇਆ ਸੀ ਤਾਂ ਹੁਣ ਸੁੱਖ ਬਣ ਗਿਆ ਉਹ ਜੀਵਨ ਦੇ ਵਿੱਚ, ਉਹ ਦਵਾਈ ਬਣ ਗਈ, ਕਿਉਂਕਿ ਹੁਣ ਚੰਗਿਆਈ ਚੇਤੇ ਆ ਗਈ। ਤੇ ਜਦੋਂ ਸੁੱਖ ਆਏ, ਸਹੂਲਤਾਂ ਮਿਲੀਆਂ, ਤੇ ਉਹਨੂੰ ਮਹਾਰਾਜ ਕਹਿੰਦੇ ਰੋਗ ਪਿਆ। ਸੁੱਖ ਰੋਗ ਕਿਉਂ ਬਣ ਗਏ? ਕਿਉਂਕਿ ਸੁੱਖ ਆਏ, ਪੈਸਾ ਆਇਆ, ਧਨ ਪਦਾਰਥ ਆਏ, ਮਾਣ ਸਤਿਕਾਰ ਵਧਿਆ, ਸੰਸਾਰ ਵਿੱਚ ਵਿਕਾਰ ਕਰਨ ਲੱਗ ਪਿਆ, ਮਾੜੇ ਕੰਮ ਕਰਨ ਲੱਗ ਪਿਆ, ਨਸ਼ੇ ਕਰਨ ਲੱਗ ਪਿਆ, ਤੇ ਰੋਗ ਦਾ ਕਾਰਨ ਬਣ ਗਿਆ। ਇਹ ਹੁੰਦਾ ਨਾ ਸਾਡੇ ਨਾਲ, ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ। ਇਹਦੇ ਵਿੱਚ ਕੋਈ ਗੁਰੂ ਸਾਹਿਬ ਨੇ ਜਿਹੜੀ ਗੱਲ ਆਖੀ ਹੈ, ਇਹ ਬੜੀ ਵੱਡੀ ਗੱਲ ਹੈ। ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਅਨੁਭਵ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ। ਇਹ ਰੱਬੀ ਵਿਧੀ ਵਿਧਾਨ ਹੈ ਜਿਹੜੀ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ। ਕਿਉਂਕਿ ਜਦੋਂ ਸੁੱਖ ਆਉਂਦੇ ਨੇ ਨਾ, ਉਹੀ ਦੁੱਖਾਂ ਦਾ ਕਾਰਨ ਬਣਦੇ ਨੇ। ਇਸ ਕਰਕੇ ਭਗਤਾਂ ਨੇ ਆਖਿਆ ਹੈ, ਕਹਿੰਦੇ ਸੁਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਮੂ ਨਾ ਮੰਗਿਆ ਪਾਵੇ। ਵੀ ਸੁੱਖ ਮੰਗਦੇ ਆ, ਅੱਗੇ ਦੁੱਖ ਆ ਜਾਂਦਾ। ਕਹਿੰਦੇ ਇਸ ਕਰਕੇ ਉਹ ਸੁੱਖ ਅਸੀਂ ਮੰਗਦੇ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ ਸਾਨੂੰ ਮੰਗਣਾ। ਕਿਉਂਕਿ ਸੁੱਖ ਮੰਗਦੇ ਹਾਂ, ਦੁੱਖ ਆਏਗਾ। ਸਹੂਲਤਾਂ ਮੰਗਾਂਗੇ, ਸਹੂਲਤਾਂ ਜੀਵਨ 'ਚ ਖੁਆਰੀ ਪੈਦਾ ਕਰਨਗੀਆਂ। ਬਹੁਤਾ ਧਨ ਆ ਜਾਏਗਾ, ਵਿਕਾਰ ਪੈਦਾ ਹੋਣਗੇ। ਕਿਉਂਕਿ ਉਹ ਬੰਦੇ ਨੂੰ ਟਿਕਣ ਨਹੀਂ ਦਿੰਦੇ। ਮਾਇਆ ਐਸੀ ਹੈ ਕਿ ਜਦੋਂ ਇਕੱਠੀ ਹੋ ਜਾਂਦੀ ਹੈ ਨਾ, ਇਹ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੀ। ਮੈਂ ਅੱਜ ਕਿਸੇ ਦੀ ਗੱਲ ਸੁਣ ਰਿਹਾ ਸੀ, ਉਹ ਕਹਿ ਰਿਹਾ ਸੀ ਵੀ ਸੰਸਾਰ ਦੇ ਵਿੱਚ ਵੱਡੇ ਵੱਡੇ ਬੰਦੇ ਜਦੋਂ ਉਹਨਾਂ ਨੇ ਕ੍ਰਾਂਤੀ ਖੜੀ ਕੀਤੀ ਨਾ, ਤੇ ਉਹਨਾਂ ਨੇ ਕ੍ਰਾਂਤੀ ਵੇਲੇ ਆਖਿਆ ਅਸੀਂ ਇੱਦਾਂ ਕਰਾਂਗੇ, ਅਸੀਂ ਇੱਦਾਂ ਕਰਾਂਗੇ, ਅਸੀਂ ਸਮਾਜ ਲਈ ਇਹ ਕਰ ਦੇਵਾਂਗੇ। ਬਹੁਤ ਸਾਰੇ ਤੁਸੀਂ ਦੇਖਦੇ ਅੰਦੋਲਨ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਬਹੁਤ ਸਾਰੀ ਵਿਚਾਰਾ ਬੰਦਾ ਗੱਲਾਂ ਗੱਲਾਂ ਵਿੱਚ ਕਹਿ ਦਿੰਦਾ ਕਿ ਮੈਨੂੰ ਜਦੋਂ ਇਹ ਪਦਵੀ ਕਿਤੇ ਨਸੀਬ ਹੋ ਗਈ ਨਾ, ਤੇ ਇਸ ਪਦਵੀ 'ਤੇ ਬੈਠ ਕੇ ਮੈਂ ਇਹ ਕਰਾਂਗਾ। ਪਰ ਤੁਸੀਂ ਵੇਖੋ ਕਿ ਜਦ ਬੰਦੇ ਨੂੰ ਉਹ ਕੁਰਸੀ ਮਿਲ ਜਾਂਦੀ ਹੈ, ਉਹ ਪਦਵੀ ਮਿਲ ਜਾਂਦੀ ਹੈ, ਪਦਵੀ ਮਿਲਣ ਦੀ ਦੇਰ ਹੈ, ਬੰਦਾ ਉਸ ਪਦਵੀ, ਉਸ ਕੁਰਸੀ ਦੇ ਮੁਤਾਬਿਕ ਚੱਲਣਾ ਸ਼ੁਰੂ ਕਰ ਦਿੰਦਾ। ਤੇ ਮੈਂ ਸੁਣਿਆ ਸੀ, ਉਹ ਬੰਦਾ ਕਹਿ ਰਿਹਾ ਸੀ ਬੰਦੇ ਦੀ ਕਮੀ ਨਹੀਂ, ਉਸ ਕੁਰਸੀ ਦੀ ਤਾਕਤ ਦੀ ਕਮੀ ਹੈ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਉਸ ਕੁਰਸੀ 'ਤੇ ਬਹਿ ਕੇ ਜਿਹੜਾ ਪੈਨ ਚੱਲਦਾ ਨਾ, ਉਹਦੀ ਤਾਕਤ ਹੈ। ਇਸ ਕਰਕੇ ਬੰਦਾ ਜਿਹੜਾ ਉਹ ਭਰਮਿਤ ਹੋ ਜਾਂਦਾ ਵੀ ਹੁਣ ਤੇਰੇ ਕੋਲ ਤਾਂ ਤਾਕਤ ਆ ਗਈ, ਹੁਣ ਤੂੰ ਜੋ ਮਰਜ਼ੀ ਕਰ ਸਕਦਾ। ਜਦੋਂ ਇਹ ਖਿਆਲ ਪੈਦਾ ਹੋ ਜਾਏ ਨਾ, ਜੋ ਮਰਜ਼ੀ ਕਰ ਸਕਦਾ, ਉੱਥੇ ਮਨੁੱਖ ਦੀ ਜ਼ਿੰਦਗੀ ਵਿੱਚ ਫਿਰ ਅੱਗੇ ਦੁੱਖਾਂ ਨੂੰ ਸੱਦਾ ਹੈ, ਸਿੱਧਾ ਹੀ। ਕਿਉਂਕਿ ਇੱਕ ਸਮਾਂ ਆਉਣਾ ਹੈ, ਤੁਸੀਂ ਦੇਖੋ ਕਿ ਜਦੋਂ ਕੋਈ IPS ਬਣਨ ਵਾਸਤੇ ਜਾਂਦਾ ਹੈ, ਪੇਪਰ ਪਾਸ ਕਰਨਾ ਹੁੰਦਾ ਹੈ, ਤੇ ਉੱਥੇ ਪੁੱਛਿਆ ਜਾਂਦਾ ਉਹਦੇ ਕੋਲੋਂ ਕੀ ਕਰੇਗਾ? ਕਹਿੰਦਾ ਲੋਕਾਂ ਦੀ ਜੀ ਭਲਾਈ ਕਰਾਂਗਾ, ਗਰੀਬਾਂ ਨੂੰ ਉਭਾਰਾਂਗਾ, ਗਰੀਬਾਂ ਦੇ ਨਾਲ ਖੜਾਂਗਾ। ਇੱਦਾਂ ਦੇ ਸਵਾਲ ਪੁੱਛੇ ਜਾਂਦੇ ਥੇ। ਜਦੋਂ ਬਣ ਜਾਂਦਾ ਹੈ, ਤੁਸੀਂ ਵੇਖੋ ਉਸ ਤੋਂ ਬਾਅਦ ਫਿਰ ਗਰੀਬਾਂ ਨੂੰ ਕੀ ਉਭਾਰਨਾ, ਫਿਰ ਗਰੀਬਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੰਦਾ।
ਇਸ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਸੁਖ ਰੋਗ ਭਇਆ। ਸੁਖ ਉਹਨਾਂ ਲਈ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ, ਰੋਗ ਬਣ ਜਾਂਦੇ ਹਨ। ਕਿਉਂਕਿ ਸੁਖ ਆਏ, ਨਸ਼ਾ ਆ ਗਿਆ। ਬੜੇ ਲੋਕ ਸਾਡੇ ਆਲੇ ਦੁਆਲੇ ਹੋਣਗੇ, ਜਦੋਂ ਪੈਸਾ ਘੱਟ ਸੀ ਉਹ ਠੇਕਾਂ 'ਤੇ ਨਹੀਂ ਜਾਂਦੇ ਹੋਣਗੇ, ਸ਼ਰਾਬ ਨਹੀਂ ਪੀਂਦੇ ਹੋਣਗੇ। ਜਦੋਂ ਘੱਟ ਸੁੱਖ ਸੀ, ਘਰ ਦੇ ਵਿੱਚ ਸਹੂਲਤਾਂ ਘੱਟ ਸਨ, ਤੇ ਉਹ ਮਾੜੇ ਕੰਮ ਨਹੀਂ ਕਰਦੇ ਹੋਣਗੇ। ਅੱਜ ਉਹ ਮਾੜੇ ਕੰਮ ਵੀ ਕਰਦੇ ਨੇ, ਅੱਜ ਉਹ ਠੇਕੇ 'ਤੇ ਵੀ ਜਾਂਦੇ ਨੇ। ਕੋਈ ਐਸਾ ਮਾੜਾ ਕੰਮ ਨਹੀਂ ਜਿਹੜਾ ਉਹ ਨਹੀਂ ਕਰਦੇ। ਇਹ ਸਾਰੇ ਮਾੜੇ ਕੰਮ ਕਿੱਥੋਂ ਆਏ? ਮਾਇਆ ਦੀ ਬਹੁਤਾਤ ਵਿੱਚੋਂ। ਭਾਵ ਕਿ ਆਪਣੇ ਦਿਲ ਦਿਮਾਗ ਤੋਂ ਜ਼ਿਆਦਾ ਮਾਇਆ ਆ ਗਈ, ਧਨ ਆ ਗਿਆ। ਇਹ ਤਾਂ ਕੋਈ ਵਿਰਲਾ ਹੀ ਹੁੰਦਾ ਹੈ, ਜੇ ਮਾਇਆ ਆਉਣ ਤੋਂ ਬਾਅਦ ਵੀ ਉਹ ਜੀਵਨ ਦੇ ਵਿੱਚ ਕੋਈ ਉਹਦੇ ਵਿਕਾਰ ਨਹੀਂ, ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ, ਕੋਈ ਬੁਰੇ ਕੰਮ ਨਹੀਂ ਕਰਦਾ। ਸਮਝ ਲਓ ਰੱਬ ਦੀ ਬੜੀ ਕਿਰਪਾ ਹੋਏਗੀ ਕਿ ਮਾਇਆ ਆਉਣ ਤੋਂ ਬਾਅਦ ਵੀ ਉਹ ਗਲਤ ਕੰਮਾਂ ਤੋਂ ਬਚਿਆ ਹੋਇਆ। ਮੈਨੂੰ ਇੱਕ ਥਾਂ 'ਤੇ ਛੱਤੀਸਗੜ੍ਹ 'ਚ ਬੰਦਾ ਮਿਲਿਆ, ਇਤਨਾ ਸਾਧਾਰਨ ਬੰਦਾ, ਪਾਟੇ ਦੇ ਕੱਪੜੇ ਪਾਏ ਹੋਏ। ਤੁਸੀਂ ਉਸ ਦੇ ਚਿਹਰੇ ਮੂਹਰੇ ਨੂੰ ਦੇਖ ਕੇ, ਚਿਹਰੇ ਨੂੰ ਦੇਖ ਕੇ ਤਾਂ ਕਹਿ ਸਕਦੇ ਵੀ ਧਨ ਹੋਣਾ ਇਹਦੇ ਕੋਲ, ਪਰ ਉਹਦੇ ਲਿਬਾਸ ਨੂੰ ਵੇਖ ਕੇ ਨਹੀਂ ਕਹਿ ਸਕਦੇ। ਉਹ ਕਿਤੇ ਜਾ ਰਹੇ ਸੀ ਦਾਸ 'ਤੇ ਗੁਰਦੁਆਰੇ ਤੋਂ, ਅਤੇ ਉਹ ਨਾਲ ਮੈਨੂੰ ਬੇਨਤੀ ਕਰਦਾ ਹੈ ਵੀ ਤੁਸੀਂ ਮੇਰੇ ਘਰ 'ਚ ਚਲੋਗੇ, ਸਾਡੇ ਘਰ 'ਚ ਚਰਨ ਪਾਓਗੇ। ਭਾਵੇਂ ਉਹ ਸਹਿਜਧਾਰੀ ਵੀਰ ਸੀ, ਪਰ ਗੁਰੂ ਨਾਨਕ ਦੇ ਘਰ ਨੂੰ ਬੜਾ ਮੰਨਦਾ ਸੀ। ਅਤੇ ਮੈਂ ਕਿਹਾ ਮੈਂ ਜਾ ਰਿਹਾ, ਕਿਤੇ ਆ ਕੇ ਤੁਹਾਡੇ ਘਰ ਆਉਂਦਾ। ਕਹਿੰਦਾ ਨਹੀਂ ਜੀ, ਪਹਿਲਾਂ ਮੇਰੇ ਘਰ ਹੋ ਕੇ ਜਾਣਾ ਪੈਣਾ। ਜੇ ਕੋਈ ਉਹਨੂੰ ਦੇਖਦਾ ਨਾ ਉਹਦੇ ਕੱਪੜਿਆਂ ਤੋਂ, ਤੇ ਲੱਗਣਾ ਸੀ ਵੀ ਬੜਾ ਗਰੀਬ ਹੋਏਗਾ, ਕੁਛ ਨਹੀਂ ਹੋਏਗਾ ਇਸਦੇ ਕੋਲ। ਪਰ ਜਦੋਂ ਮੈਂ ਉਸਦੇ ਘਰ ਗਿਆ ਤੇ ਮੈਂ ਵੇਖ ਕੇ ਹੈਰਾਨ ਰਹਿ ਗਿਆ। ਕਹਿੰਦਾ ਜੀ ਮਹਾਰਾਜ ਨੇ ਬੜਾ ਧਨ ਪਦਾਰਥ ਦਿੱਤੇ ਨੇ, ਪਰ ਨਾਲ ਗਰੀਬੀ ਦਿੱਤੀ ਹੈ। ਗਰੀਬੀ ਦਾ ਅਰਥ ਹੁੰਦਾ ਨਿਮਰਤਾ। ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਕਿਹਾ ਜਾਂਦਾ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਤਿਸ ਆਗੇ ਕੋ ਨਾ ਟਿਕੈ ਵਿਕਾਰੀ। ਜੇ ਸਾਡੇ ਅੰਦਰ ਨਿਮਰਤਾ ਆ ਗਈ ਨਾ, ਧਨ ਆਉਣ ਤੋਂ ਬਾਅਦ ਹਲੇਮੀ ਆ ਗਈ, ਸੰਤੋਖ ਆ ਗਿਆ, ਸਬਰ ਆ ਗਿਆ, ਤੇ ਇਹ ਜਿਹੜੇ ਵਿਕਾਰ ਸਾਡੇ ਅੱਗੇ ਟਿਕ ਥੋੜ੍ਹੀ ਸਕਦੇ। ਪਰ ਸਾਡੇ ਜੀਵਨ 'ਚ ਇਹ ਪ੍ਰਭਾਵ ਪਾਉਂਦੇ ਨੇ। ਉਸ ਦਾ ਕਾਰਨ ਇਹ ਹੈ ਕਿ ਧਨ ਦੇ ਨਾਲ ਨਾਲ ਸਾਡੇ ਅੰਦਰ ਦੀ ਨਿਮਰਤਾ ਖਤਮ ਹੋਈ ਜਾਂਦੀ ਹੈ, ਸਹਿਜ ਖਤਮ ਹੋਈ ਜਾਂਦਾ। ਉਸ ਨੂੰ ਮਿਲਿਆ, ਗੱਲਾਂ ਬਾਤਾਂ ਹੋਈਆਂ। ਕਹਿੰਦੇ ਮਹਾਰਾਜ ਨੇ ਕੋਈ ਐਸੀ ਚੀਜ਼ ਨਹੀਂ ਜਿਹੜੀ ਦਾਸ ਨੂੰ ਨਹੀਂ ਦਿੱਤੀ, ਸਾਰੀਆਂ ਸਹੂਲਤਾਂ ਨੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਬੜੀ ਕਿਰਪਾ ਹੈ ਕਿ ਮੇਰੇ ਗੁਆਂਢੀ ਨੂੰ ਵੀ ਨਹੀਂ ਪਤਾ ਕਿ ਮੇਰੇ ਘਰ 'ਚ ਕੀ ਹੈ। ਕੋਈ ਮੈਨੂੰ ਦੇਖੇਗਾ ਕਦੀ ਇਹ ਨਹੀਂ ਕਹਿ ਸਕਦਾ ਇਸਦੇ ਕੋਲ ਇਤਨਾ ਧਨ ਪਦਾਰਥ ਹੋਣਾ। ਇਤਨੀ ਨਿਮਰਤਾ ਵਿੱਚ, ਸਹਿਜ, ਸਾਰਿਆਂ ਨੂੰ ਮਿਲਣਾ ਪਿਆਰ ਨਾਲ, ਗਲਵੱਕੜੀ ਵਿੱਚ ਲੈ ਕੇ ਸਾਰਿਆਂ ਦਾ, ਵੱਡਿਆਂ ਦਾ ਸਤਿਕਾਰ ਕਰਨਾ, ਪੈਰੀ ਪਾਉਣਾ, ਹੱਥ ਲਾਉਣਾ, ਬੜਾ ਸਤਿਕਾਰ। ਆਓ ਭਗਤ। ਮੈਂ ਵੀ ਦੇਖ ਕੇ ਦੰਗ ਰਹਿ ਗਿਆ। ਦੇਖੋ ਧਨ ਪਦਾਰਥ ਹੋਣ ਪਰ ਨਾਲ ਇੱਦਾਂ ਦਾ ਜੀਵਨ ਹੋਵੇ, ਨਿਮਰਤਾ ਬਿਲਕੁਲ ਜਿਵੇਂ ਡਾਊਨ ਟੂ ਅਰਥ, ਐਨ ਬਿਲਕੁਲ ਨਿਮਰਤਾ ਵਿੱਚ। ਕੋਈ ਇਹ ਨਹੀਂ ਕਹਿ ਸਕਦਾ ਵੀ ਇਸਦੇ ਕੋਲ ਇਤਨਾ ਧਨ। ਸਾਡੇ ਕੋਲ ਤੇ 1 ਤੋਂ 2 ਹੋ ਜਾਣ ਨਾ, ਤੇ ਅਸੀਂ ਆਲੇ ਦੁਆਲੇ ਦੇ ਆਂਢੀ ਗੁਆਂਢੀ ਨੂੰ ਜੀਣ ਨਹੀਂ ਦਿੰਦੇ। ਫਿਰ ਹੁਣ ਤੂੰ ਕੌਣ ਹੈ ਤੇ ਮੈਂ ਕੌਣ। ਇਸ ਕਰਕੇ ਹੀ ਗੁਰੂ ਸਾਹਿਬ ਕਹਿੰਦੇ ਜਦੋਂ ਤੇਰੇ ਜੀਵਨ 'ਚ ਸੁੱਖ ਆ ਜਾਂਦਾ, ਸੁੱਖ ਰੋਗਾਂ ਦਾ ਕਾਰਨ, ਤਕਲੀਫਾਂ ਦਾ ਕਾਰਨ ਬਣ ਜਾਂਦਾ ਹੈ, ਨਸ਼ਿਆਂ ਦਾ ਕਾਰਨ ਬਣ ਜਾਂਦਾ ਹੈ। ਤੇਰੇ ਜੀਵਨ ਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ, ਹੰਕਾਰ ਪੈਦਾ ਹੋ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਜਾ ਸੁਖ ਤਾਮ ਨਾ ਹੋਈ। ਪਰ ਜੋ ਅਸਲੀ ਆਤਮਿਕ ਸੁਖ ਜੀਵ ਨੂੰ ਮਿਲ ਜਾਏ, ਜਾਂ ਦਾ ਅਰਥ ਹੈ ਜਦੋਂ, ਸੁਖ ਦਾ ਅਰਥ ਹੈ ਤੇ ਆਤਮਿਕ ਸੁਖ ਮਿਲ ਜਾਏ। ਫਿਰ ਕੀ ਹੁੰਦਾ ਹੈ? ਤਾਮ ਨਾ ਹੋਏ। ਤਾਮ ਦਾ ਅਰਥ ਵੀ ਦੁੱਖ ਹੈ। ਮਹਾਰਾਜ ਕਹਿੰਦੇ ਫਿਰ ਦੁੱਖ ਨਹੀਂ ਰਹਿੰਦਾ। ਜਦੋਂ ਆਤਮਿਕ ਸੁਖ ਮਿਲ ਜਾਏ ਨਾ, ਅੰਦਰ ਦਾ ਸੁਖ, ਕਿਉਂਕਿ ਜਿਹੜੇ ਅਸੀਂ ਸੁਖ ਦੁੱਖ ਕਹਿੰਦੇ ਅਸਲ ਵਿੱਚ ਇਹ ਜੁੜੇ ਹੋਏ ਨੇ ਸਾਡੀ ਸਹੂਲਤਾਂ ਨਾਲ। ਸਹੂਲਤਾਂ ਮਿਲਦੀਆਂ ਤੇ ਅਸੀਂ ਕਹਿੰਦੇ ਬੜੇ ਸੁਖੀ ਹਾਂ। ਸਹੂਲਤਾਂ ਘੱਟ ਜਾਣ, ਸਾਡੀ ਜੋ ਕਸਵੱਟੀ ਬੜੀ ਥੱਲੇ ਵਾਲੀ ਹੈ, ਅਸੀਂ ਸਹੂਲਤਾਂ ਨਾਲ ਜੁੜੇ ਹੋਏ ਹਾਂ। ਜੇ ਸਭ ਕੁਝ ਠੀਕ ਚੱਲ ਰਿਹਾ, 4 ਪੈਸੇ ਨੇ, ਬੜਾ ਆਨੰਦ ਹੈ ਜੀ। ਜੇ ਘਰ ਦੇ ਵਿੱਚ ਕੋਈ ਅਨਬਨ ਹੋਵੇ, ਕੋਈ ਘਰ ਦੇ ਅੰਦਰ ਕੋਈ ਆਪਸੀ ਤਾਲਮੇਲ ਨਾ ਬੈਠੇ, ਕਾਰੋਬਾਰ 'ਚ ਕੋਈ ਘਾਟਾ ਹੋ ਜਾਏ, ਕੁਛ ਦਿਨ ਲਈ ਕੋਈ ਪਰੇਸ਼ਾਨੀ, ਬਿਮਾਰੀ ਆ ਜਾਏ, ਅਸੀਂ ਕਹਿੰਦੇ ਜੀ ਬੜੇ ਦੁਖੀ ਹਾਂ, ਬੜੇ ਪਰੇਸ਼ਾਨ ਹਾਂ। ਅਤੇ ਉਹ ਪਰੇਸ਼ਾਨੀ ਕਿਹੜੀ ਹੈ? ਸਹੂਲਤਾਂ ਘੱਟ ਗਈਆਂ। ਜਿਸ ਤਰ੍ਹਾਂ ਦਾ ਚੱਲ ਰਿਹਾ ਸੀ ਉਸ ਤਰ੍ਹਾਂ ਦਾ ਨਹੀਂ ਚੱਲ ਰਿਹਾ। ਇਸ ਕਰਕੇ ਅਸੀਂ ਕਿਹਾ ਵੀ ਅਸੀਂ ਬੜੇ ਦੁਖੀ ਹਾਂ।
नूं आखे नहीं लगती, सस आखे नहीं लगती, पुत आखे नहीं लगता, ये काम नहीं हो रहा। बड़े दुखी हैं जी, बड़े परेशान हाँ। अपने आप नूं सुधारना नहीं, दूजे दी गलतियां कड्ढी जानियां। असीं कई वारी दुख का कारण अपना आप ही हुंदा है, क्योंकि असीं कहंदे जो असीं चाहते सारा कुछ उस तरह होवे, पर जीवन च याद रखना कि सब कुछ उस तरह नहीं होगा जिस तरह असीं चाहते हैं। गुरबाणी कहंदी तू अपने आप नूं भी बदल, अपने आप नूं भी चेंज कर, अपने विचार नूं भी चेंज कर। अपने विचार ये पत्थर की लकीर नहीं बना लैनी। मैं एक जगह गया, वो कहते माता जी कहते कि असीं तो सस कोलों बड़ी मारा खादियाँ। मैं कि बीबी हुण माता वो जमाना नहीं रहा। एक बार उच्चारण करो सतनाम। तो तू सोचे भी जो सस कोलों तू मारा खादियाँ तो नूं भी उदा हुण वो चीज़ां नहीं रही। समा चेंज हो गया। असीं चाहते हैं कि जो असीं हंडाया ना पिंडे ते वो अगे असीं उदां ही करिए। इदां ही हो रहा ना साडे नाल। तुसीं अपने अंदर झात मार के वेख लो। मैं कोई बनावटी गल्लां नहीं करदा, मैं जो रियल च है, जो असीं देखते हैं लोकां दे अंदर जो चल रहा है। वो कहती है जी असीं तां ये कीता, असीं ये कीता, असीं इदां कीता, असीं तां बड़ा वो करदे सी। क्योंकि माता जी समा चेंज हो गया, हुण वो समा नहीं रहा। तो मैनूं कहंदा कोई जुगती दसो तुसीं। मैं कि मैं किहड़ा गुरु लग्या जो जुगती दसां। जुगती भी पुछनी तो गुरु ग्रंथ साहब कोल आओ, बाणी पढ़ो, बाणी महाराज आपे दस देगी। नहीं तुसीं कोई तरीका दसो। मैं कि माता जी तरीका तो यही है कि चंगा होवे कि हुण नूं नूं अपनी धी नालों ज़्यादा प्यार करो। ये तरीका पुछना। एक दूजे की सलाह नाल घर नूं चलाओ, विच दा रस्ता कर लो कोई। तो तुसीं कहो भी जो असीं हंडाया वो करना, तो ये विच दा रस्ता नहीं है। हर एक चीज़ नूं समा समा सिर चीज़ बदलना पैंदा है, अपने आप नूं चेंज करना पैंदा है। हुण अंदर एक घर कर गई बिरती, वो बिरती आदत बन गई, वो आदत हुण छड्डण नूं तैयार नहीं कि नहीं वो तो नहीं हो सकता जी। ये किवें हो जाए? नहीं, बदलना पैगा सानूं। गुरबाणी जिहड़ी है वो साडे जीवन का बदलाव ही है। गुरबाणी की सारी विचार की है, वो है अपने जीवन नूं बदलना, चेंज करना। जे आपां कहिए भी असीं तां उदां ही रहना, वही कर्म कांड करने ने, उदां ही विखावे की पूजा करनी है, उदां ही सारे काम करने ने, ते मत्था भी टेकना। फिर गुरु ग्रंथ साहब कहंदे फिर तेरा मत्था टेकण भी किसी लेखे नहीं। इत्थे तां उही पास हुंदा है जिहड़ा कि गुरु की आग्या मनदा है। क्योंकि इत्थे भी सारे आउंदे ने, सेवक सिख पूजन सब आमै, सब गामै हर हर उत्तम बाणी। सेवक अखवाउण वाला, सिख अखवाउण वाला गुरु कोल आउंदा है। कोई कहंदा मैं गुरु साहब तुहाडा सेवक हाँ, कोई कहना महाराज मैं तुहाडा सिख हाँ। गुरु साहब जी नूं पूजण लई, गुरु साहब जी नूं मत्था टेकण वास्ते, गुरु साहब जी का सत्कार करन वास्ते, सिजदा करन लई, गुरु साहब जी का प्यार लैण वास्ते असीं सारे आउंदे हैं। पर प्यार कदों मिलेगा? मन च तां ये धार के आउंदे भी गुरु साहब जी साडे उत्ते किरपा हो जाए। इस करके आउंदे आपां सारे भी गुरुद्वारे चले, महाराज साडे उत्ते किरपा करन, परिवार की सुख शांति बनी रहे, अंदर जीवन दे विच खुशहाली बनी रहे, सब ठीक ठाक जीवन चलता रहे। असीं इस करके गुरु दर ते आउंदे। पर गुरु साहब जी ने बड़ी प्यारी गल समझाई कि सेवक सिख पूजन सब आमै, सब गामै हर हर उत्तम बाणी। गाविया सुनिया तिनका हर थाएं पावै, जिन सतगुर की आग्या सत सत कर मानी। जिन्हां ने गुरु साहब की आग्या नूं, आग्या दा अर्थ हुक्म नूं सत करके मान लिया। हुण तुसीं कहो महाराज हुक्म तो नहीं मनना, होर दसो की सेवा करिए? भेटा कितनी चढ़ा दईए? चंदवा लख का भेंट कर देंगे, सोने का चोर आप भेटा कर देंगे। गुरु साहब कहते नहीं वो तो कोई गल नहीं, तू अपना आप अर्पण करदा कि नहीं? सिख की हालत ऐसी बन गई, वो कहता कोई महाराज रुमाला दसो कितने का चढ़ाइए, चोर साहब भेटा कर दईए, होर कोई वस्त लंगर पूरा ला दईए अपने वालों। मैं कहते इदे नाल गल नहीं बननी। जो असी कह रहे हैं उसनों मन, तां जीवन सुखी होएगा, तां तेरे उत्ते किरपा होएगी। गुरु का आख्या जिहड़ा मनदा है ना, एक दिन गुरु भी फिर उसका आख्या मन लैंदा है। एक बार उच्चारण करो सतनाम। जिवें तुसीं देखदे हो जिहड़े बच्चे जीवन विच अपने टीचर का आख्या बनते हैं, ये प्रैक्टिकल गल्लां ने प्यारिओ। जदों टीचर का आख्या बन के वो जज तक पहुँच जाते हैं, एक दिन जज टीचर उत्ते कोई केस हो जाता है तो वो कुर्सी ते बैठा हुंदा है, तो टीचर जाता उस अपने स्टूडेंट के सामने, पर वो जज हुंदा है, सर करके गल करदा है। दूजी गल जो हुक्म वो सुना देगा वो हुक्म वो मनदा है।
ਉਹ ਪਤਾ ਕਿਉਂ? ਉਹ ਟੀਚਰ ਨੂੰ ਵੀ ਅਹਿਸਾਸ ਹੁੰਦਾ ਹੈ ਵੀ ਪੂਰੀ ਜ਼ਿੰਦਗੀ ਮੇਰਾ ਹੁਕਮ ਮੰਨਦਾ ਰਿਹਾ ਹੈ। ਹੁਕਮ ਉਹੀ ਕਰ ਸਕਦਾ ਜਿਹੜਾ ਹੁਕਮ ਮੰਨਦਾ ਹੋਵੇ, ਜਿਹੜਾ ਹੁਕਮ ਨਹੀਂ ਮੰਨਦਾ ਉਹ ਕਿਹਨੂੰ ਹੁਕਮ ਨਹੀਂ ਕਰ ਸਕਦਾ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਜਿਹੜਾ ਗੁਰੂ का ਹੁਕਮ ਮੰਨਦਾ ਉਹ ਸਿੱਖ, ਉਹ ਅੱਗੇ ਹੁਕਮ ਕਰ ਸਕਦਾ, ਅੱਗੇ ਬੇਨਤੀ ਕਰ ਸਕਦਾ। ਜਿਹੜਾ ਸਿੱਖ ਗੁਰੂ ਸਾਹਿਬ ਦੀ ਗੱਲ ਮੰਨਦਾ ਉਹ ਗੁਰੂ ਸਾਹਿਬ ਨੂੰ ਕਹਿ ਸਕਦਾ ਮਹਾਰਾਜ ਨੇ ਇਹ ਕਿਰਪਾ ਕਰ ਦਿਓ। ਜੇ ਅਸੀਂ ਹੁਕਮ ਹੀ ਨਾ ਮੰਨੀਏ ਗੁਰੂ ਸਾਹਿਬ ਜੀ ਦਾ, ਫਿਰ ਆਪਣਾ ਹੀ ਆਰਡਰ ਗੁਰੂ ਸਾਹਿਬ ਦੇ ਉੱਤੇ ਚਲਾਈਏ, ਫਿਰ ਮਹਾਰਾਜ ਕਹਿੰਦੇ ਤੇਰੀ ਭੁੱਲ ਹੈ ਭਾਈ। ਉਸ ਨੂੰ ਹੀ ਮਹਾਰਾਜ ਨੇ ਆਖਿਆ ਸੀ ਕਿ 10 ਵਸਤੂ ਲੈ ਪਾਛੇ ਪਾਵੈ, एक वस्त कारण विखोट गवावै, एक भी ना दे 10ਵੀਂ ਹਿਰਲੇ ਤੋਂ ਮੂੜਾ ਕਹੋ ਕਹਾਂ ਕਰੇ, ਜਿਸ ਠਾकुर ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ। ਇੱਥੇ ਜੋਰ ਨਹੀਂ, ਉੱਥੇ ਨਮਸਕਾਰ ਕਰਨੀ ਬਣਦੀ। ਤੇ ਗੁਰੂ ਪਿਤਾ ਸਾਨੂੰ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਜਦੋਂ ਸਾਨੂੰ ਆਤਮਿਕ ਸੁੱਖ ਮਿਲ ਜਾਏ ਜਾਂ ਸੁੱਖ ਤਾਮ ਨਾ ਹੋਈ। ਮਹਾਰਾਜ ਕਹਿੰਦੇ ਜਦੋਂ ਅਸਲੀ ਆਤਮਿਕ ਸੁੱਖ, ਇੱਕ ਤਾਂ ਕਹਿਣ ਹੁੰਦਾ ਵੀ ਆਤਮਿਕ ਸੁੱਖ ਹੈ ਬੜੀ ਕਿਰਪਾ ਜੀ, ਇੱਕ ਅਸਲੀ ਆਤਮਿਕ ਸੁੱਖ सच्ची मुच्ची के अंदर आत्मा बिल्कुल प्रसन्न हो गई, तृप्त हो गई, जीवन च अंदरों रजेवा आ गया, संतोख की प्राप्ति हो गई, अंदर विकारां नूं रोक के रख लिया, काबू च कर लिया। तो फिर मार्ग ने जदों वो सुख आउंदा है ना तो फिर दुख नहीं रहिंदा। ताम का अर्थ है दुख, ताम ना होई, ताम का अर्थ है फिर दुख नहीं रहिंदा, दुख नहीं हुंदा। फिर मार्ग ने तू करता करना मैं नाही, जा हों करी ना होई। हे प्रभु तू करनहार करतार है। करना का अर्थ है करनहार, करता का अर्थ है बनाउण वाला। ते तू आप ही कहंदे इन्हां भेदां नूं समझदा है, मेरी समर्था नहीं। तू करता करना मैं नाही, मैं नाही का अर्थ मेरी समर्था नहीं। तू अपने भेद जेड़े ने तू आप ही जानता है, मेरी समर्था नहीं जानन दी। ते जाहों करी ना हुई। ते महाराज कहंदे ने सच्चे पातशाह कहंदे कि मैं समझ सकां, जे मैं अपने आप नूं कुछ समझ लवां, जे मैं ये बयान करन लग पवां कि मैं तेरे भेद नूं समझदा हाँ, जानदा हाँ या जान सकदा हाँ, तां ये गल फबदी नहीं है। जाहों करी ना हुई, होई दा अर्थ है फबदी नहीं है ये गल भी मैं कह लवां मैं तो जान लिया, सब कुछ समझ गया। तो महाराज कहते ये गल फिर मैनू फबदी नहीं। गुरु नानक पातशाह कहते ये गल मैनू चंगी नहीं लगती, ये फवेगी नहीं महाराज कहते गल। क्योंकि उस परमात्मा दे भेद नूं अपने अंदर ख्याल कई बार चल पैंदे बंदे दे, असीं ख्याल करन लग पईए कि मैं तेरे भेद समझ गया, मैं तो हुण सब जानदा जी। बड़े सिख आउंदे जिहड़े कहंदे गुरु साहब असीं सब कुछ जानते जी। कई आणगे जो आनंद कारज कराईदा तो कहते हैं बच्चों को समझाने की लोड़ नहीं जी, बच्चे सब जानते, बड़े पढ़े लिखे ने। तो कई बार तो मन च आउंदा है जे ज़्यादा ही पढ़े लिखे से फिर गुरु घर की लैन आए थे, फिर तो कोर्ट मैरिज हो जाता, जाके करा लो, गल खत्म हो गई। ब्याह तो वह भी जो लीगल है, कोई पक्के कागज़ नहीं उसके भी। फिर इत्थे की लैन आए सी गुरु साहब की हजूरी, जे सब कुछ जानते हो भी जे थानू सब कुछ पता ही है फिर इत्थे लैण की तो कोई लोड़ नहीं। बीमार हो बंदा तो डॉक्टर कोल जांदा ना, जब बीमार ही नहीं तो फिर डॉक्टर कोल की लैना है तुसीं, या तुसीं सब कुछ जानते फिर गुरु कोल की लैना है। इत्थे तो वही आंदा जिहड़ा कहना महाराज कि मैं अज्ञानी हाँ, मैनू कोई ज्ञान नहीं, मैनू कोई समझ नहीं, मैनू ज्ञान दे दे। हम अंधले ज्ञानहीन अज्ञानी क्यों चलना मार्ग पंथा। महाराज असीं तेरे मार्ग ते किवें चल सकदे, असीं अज्ञानी तेरे कोल ज्ञान लैण आए, असी गुरु कोलों ज्ञान लैण आउंदे हाँ। असी अज्ञानी हाँ, सानू जीवन की समझ नहीं है कोई भी। पर जिहड़ा सिख आखे मन तो सब कुछ समझ है, तो यह भुलेखा जीवन च पा लवे मैं तो रब दे सब भेद जानदा है, गुरु बारे सब जानना। महाराज गुरु नानक पातशाह कहने फिर सच तो यह है कि ये गल मैनू फबदी नहीं है जे मैं ये गल्लां करा। फिर कह लगे जात मैं जोत, जोत मैं जाता, अकल कला भरपूर रहा, सारी सृष्टि विच तेरा ही नूर बस रहा है। जात में जोत, जात का अर्थ है इत्थे सृष्टि, जोत का अर्थ है रब का नूर। जात में जोत, जोत में जाता, सारे जीवां विच तेरा ही प्रकाश है। मैं ये जाता का अर्थ जान लिया है क्योंकि सारियां च तेरा प्रकाश है, तेरा ही नूर है। अकल कला भरपूर रहा। तो मर सच्चे पातशाह कहंदे तू सब थाई एक रस व्यापक है। अकल कला, अकल का अर्थ होंदा संपूर्ण, कला का अर्थ होंदा टोटा हिस्सा।
ਪਾਓ ਕਿ ਤੂੰ ਸੰਪੂਰਨ ਹੈ, ਸਾਰੀ ਥਾਈ ਹੈ, ਤੇ ਤੂੰ ਹਰ ਪਾਸੇ ਭਰਪੂਰ ਹੈ, ਨਕੋ ਨਕ ਭਰਵਿਆ, ਸਰਬ ਵਿਆਪਕ ਹੈ। ਐਸਾ ਨਹੀਂ ਵੀ ਕਿਸੇ ਥਾਂ ਤੇ ਪਰਮਾਤਮਾ ਘੱਟ ਹੈ ਤੇ ਕਿਸੇ ਥਾਂ ਤੇ ਵੱਧ ਹੈ। ਐਸਾ ਨਹੀਂ ਹੈ ਕਿ ਗੁਰਦੁਆਰੇ ਵੱਧ ਹੈ ਤੇ ਘਰ ਵਿੱਚ ਨਹੀਂ ਹੈ। ਨਹੀਂ, ਇੱਥੇ ਔਰ ਉੱਥੇ ਇੱਕ ਸਮਾਨ ਹੀ ਹੈ। ਸਾਨੂੰ ਇਹੀ ਤਾਂ ਗੁਰਬਾਣੀ ਨੇ ਦਰਸਾਇਆ ਹੈ ਕਿ ਪਰਮਾਤਮਾ ਸਾਰੀਆਂ ਥਾਵਾਂ 'ਤੇ ਇੱਕੋ ਸਮਾਨ ਹੈ, ਸਰਬ ਵਿਆਪਕ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਉਹ ਸਾਰਿਆਂ 'ਚ ਇੱਕ ਬਰਾਬਰ ਹੈ, ਵਿਆਪਕ ਹੈ, ਸਾਰਿਆਂ 'ਚ ਭਰਪੂਰ ਹੈ। ਫਿਰ ਮਰ ਕਹਿੰਦੇ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਮਰ ਕਹਿੰਦੇ ਤੂੰ ਸੱਚਾ ਸਾਹਿਬ ਹੈ, ਤੂੰ ਸਿਵ ਸਲਾਹ ਹੈ, ਤੇਰੀਆਂ ਸੁਣੀਆਂ ਵਡਿਆਈਆਂ ਹਨ। ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਹੇ ਪ੍ਰਭੂ, ਜਿਸ ਨੇ ਤੇਰੇ ਗੁਣ ਗਾਏ ਹਨ, ਤੇਰੀ ਸਿਵ ਸਲਾਹ ਕੀਤੀ ਹੈ, ਉਹਨੂੰ ਕੀ ਮਿਲਿਆ? ਉਹ ਸੰਸਾਰ ਸਮੁੰਦਰ ਤੋਂ ਤਰ ਗਿਆ। ਪਾਰ ਪਿਆ ਦਾ ਅਰਥ ਹੈ ਜਦੋਂ ਆਪਾਂ ਰੱਬ ਦੇ ਚਰਨਾਂ ਨਾਲ ਜੁੜਾਂਗੇ, ਪਰਮੇਸ਼ਰ ਦੀ ਕੀਰਤੀ ਕਰਾਂਗੇ, ਗੁਰੂ ਕੇ ਉਪਦੇਸ਼ ਦੀ ਕਮਾਈ ਕਰਾਂਗੇ ਨਾ, ਤੇ ਜਿਨ੍ਹਾਂ ਵਿੱਚ ਅਸੀਂ ਡੁੱਬ ਰਹੇ ਹਾਂ, ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਡੁੱਬ ਕਿੱਥੇ ਰਹੇ ਹਾਂ, ਕਿਹੜੀ ਚੀਜ਼ਾਂ ਸਾਨੂੰ ਤੰਗ ਕਰ ਰਹੀਆਂ ਨੇ। ਕਾਰਨ ਵੀ ਸਾਨੂੰ ਪਤਾ ਹੈ ਕਿ ਕਬੀਰ ਬੇੜਾ ਜਰਜਰਾ ਫੂਟੇ 6000, ਹਰਵੇ ਹਰਵੇ ਤਰ ਗਏ ਬੂਢੇ ਜਿਨ ਸਿਰ ਭਾਰ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਸਾਨੂੰ ਕਾਰਨ ਵੀ ਪਤਾ ਹੈ, ਸਾਨੂੰ ਇਹ ਵੀ ਪਤਾ ਕਿਉਂ ਡੁੱਬ ਰਹੇ ਹਾਂ, ਕਿਹੜੀ ਚੀਜ਼ ਸਾਨੂੰ ਡੁਬੋ ਰਹੀ ਹੈ, ਕਿੱਥੇ ਡੁੱਬ ਰਹੇ ਇਹ ਵੀ ਪਤਾ ਹੈ। ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗਨੀ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਰ ਕਹਿੰਦੇ ਅਸੀਂ ਦੇਖਿਆ ਸੰਸਾਰ ਡੁੱਬ ਰਿਹਾ ਹੈ। ਮਰ ਕਹਿੰਦੇ ਨੇ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਉਹਦੀ ਸਿਫਤ ਸਲਾਹ ਕਰਦਾ ਹੈ, ਸਦਾ ਥਿਰ ਪਰਮਾਤਮਾ ਉਹ ਸਦਾ ਥਿਰ ਰਹਿਣ ਵਾਲਾ, ਤੂੰ ਸੱਚਾ ਸਾਹਿਬ ਹੈ, ਸਦਾ ਥਿਰ ਰਹਿਣ ਵਾਲਾ। ਸਿਫਤ ਸਵਾਲਿਓ, ਤੂੰ ਸਿਫਤ ਸਲਾਹ ਹੈ। ਰੱਬ ਦੀਆਂ ਸੋਹਣੀਆਂ ਵਡਿਆਈਆਂ ਹਨ। ਅਸਲ ਵਿੱਚ ਰੱਬ ਹੈ ਹੀ ਸਿਫਤ ਸਲਾਹ ਹੈ, ਰੱਬ ਹੈ ਹੀ ਵਡਿਆਈ ਹੈ। ਇਸ ਕਰਕੇ ਸਿੱਖ ਨੇ ਉਹਦੀ ਵਡਿਆਈ ਕਰਨੀ, ਅਤੇ ਜਿਹੜਾ ਉਸਦੀ ਵਡਿਆਈ ਕਰਦਾ ਹੈ, ਉਹਨੂੰ ਵੱਡਾ ਵੱਡਾ ਆਖਦਾ ਹੈ, ਤਾਂ ਉਹਨੂੰ ਕੀ ਮਿਲਦਾ? ਉਹ ਫਿਰ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਇਹ ਨਹੀਂ ਵੀ ਆਪਾਂ ਆਖੀਏ ਵੀ ਅਸੀਂ ਵੱਡਾ ਆਖਾਂਗੇ ਅਤੇ ਰੱਬ ਨੇ ਸਾਡੇ ਕਹਿਣ ਤੋਂ ਵੱਡੇ ਹੋ ਜਾਣਾ। ਗੁਰੂ ਸਾਹਿਬ ਨੇ ਇਹ ਸਾਰੀਆਂ ਗੱਲਾਂ ਸਾਡੇ ਜੀਵਨ 'ਚੋਂ ਪਾਸੇ ਕਰ ਦਿੱਤੀਆਂ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ। ਸਾਰੇ ਮਿਲ ਕੇ ਆਖਣ ਤੇ ਰੱਬ ਨੇ ਵੱਡੇ ਨਹੀਂ ਹੋਣਾ, ਕੋਈ ਨਾ ਆਖੇ ਤੇ ਛੋਟੇ ਨਹੀਂ ਹੋ ਜਾਣਾ। ਪਰ ਜਿਨ੍ਹਾਂ ਨੇ ਉਸਦੀ ਸਿਫਤ ਸਲਾਹ ਕੀਤੀ, ਪਰਮਾਤਮਾ ਦੇ ਗੁਣ ਗਾਏ, ਜਿਨ ਕੀਤੀ ਸੋ ਪਾਰ ਪਿਆ, ਉਹ ਭਵ ਸਾਗਰ ਤੋਂ ਪਾਰ ਹੋ ਗਿਆ। ਪਾਓ ਉਹ ਨਿੰਦਾ ਚੁਗਲੀ ਮੇਰ ਤੇਰ ਹਉਮੈ ਹੰਕਾਰ, ਇਹ ਈਰਖਾ ਤੋਂ, ਸਾੜੇ ਤੋਂ, ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਿਆ, ਬਚ ਗਿਆ। ਬਚਣਾ ਕਿਸ ਚੀਜ਼ ਤੋਂ ਸੀ? ਇਹਨਾਂ ਤੋਂ ਬਚਣਾ ਸੀ। ਅਸੀਂ ਬਚਦੇ ਫਿਰਦੇ ਹਾਂ ਪਰਿਵਾਰ ਤੋਂ, ਛੱਡ ਕੇ ਵੀ ਜੰਗਲਾਂ ਚਲੇ ਜਾਈਏ। ਅਸੀਂ ਭੱਜਦੇ ਹਾਂ ਆਪਣੀ ਜ਼ਿੰਮੇਵਾਰੀਆਂ ਤੋਂ, ਉਹ ਤਾਂ ਛੱਡਣੀਆਂ ਹੀ ਨਹੀਂ ਸੀਆਂ। ਪਰਿਵਾਰ ਨਹੀਂ ਸੀ ਛੱਡਣਾ, ਜ਼ਿੰਮੇਵਾਰੀਆਂ ਨਹੀਂ ਸੀ ਛੱਡਣੀਆਂ। ਛੱਡਣਾ ਸੀ ਤੇ ਜੀਵਨ ਵਿੱਚੋਂ ਉਹ ਵਿਕਾਰ ਛੱਡਣਾ ਸੀ ਜਿਹਦੇ ਕਰਕੇ ਅਸੀਂ ਖੁਆਰ ਹੋ ਰਹੇ ਹਾਂ। ਜਿਹਨੂੰ ਮਰ ਨੇ ਆਖਿਆ ਗ੍ਰਹਿ ਤਜ ਵਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜੂ ਵਿਕਾਰ ਨਾ ਛੋਡੀ, ਪਾਪੀ ਮਨ ਮੰਦਾ। ਕਿਉਂ ਛੂਟੋਂ ਕੈਸੇ ਤਰੋਂ ਭੌਜਲ ਨਿਦਪਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਮੈਨੂੰ ਰੱਖ ਲੈ ਮਹਾਰਾਜ, ਮੈਂ ਤੇਰੀ ਸਰਨ ਵਿੱਚ ਆ। ਫਿਰ ਮੈਂ ਕਹਿੰਦੇ ਕਹੋ ਨਾਨਕ ਕਰਤੇ ਕੀਆਂ ਬਾਤਾਂ। ਕਹੋ ਨਾਨਕ ਦਾ ਅਰਥ ਹੈ ਹੇ ਨਾਨਕ ਆਖ। ਕੀ ਆਖ? ਪ੍ਰਭੂ ਦੀਆਂ ਕਹਿੰਦੇ ਨੇ ਜੋ ਕੁਛ ਪਰਮਾਤਮਾ ਕਰਨਾ ਚਾਹੁੰਦਾ, ਕਰਤੇ ਕੀਆਂ ਜਿਹੜੀਆਂ ਬਾਤਾਂ ਨੇ ਉਹ ਆਖ। ਪਾਓ ਕਿ ਪਰਮਾਤਮਾ ਦੀ ਸਿਫਤ ਸਲਾਹ ਕਰ। ਕਹੋ ਨਾਨਕ, ਹੇ ਨਾਨਕ ਆਖ ਕਰਤੇ ਕੀਆਂ ਬਾਤਾਂ। ਬਾਤਾਂ ਪਾਓ, ਸਿਫਤ ਸਲਾਹ ਕਰ ਪਰਮਾਤਮਾ ਦੀ, ਜੋ ਕੁਛ ਕਰਨਾ ਸੋ ਕਰ ਰਿਹਾ। ਮਹਾਰਾਜ ਕਹਿੰਦੇ ਨੇ ਆਪ ਜੋ ਉਹ ਕੁਛ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ। ਪਾਓ ਕਿ ਉਸਦੇ ਕੰਮ ਦੇ ਵਿੱਚ ਕਿਸੇ ਦਾ ਦਖਲ ਨਹੀਂ ਹੈ। ਜੋ ਕਰਨਾ ਚਾਹੁੰਦਾ ਉਹੀ ਹੋਣਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗਲ ਚੰਗੀ। ਦਖਲ ਦੇਣਾ ਵੀ ਨਹੀਂ ਚਾਹੀਦਾ ਅਤੇ ਦਖਲ ਹੋਣਾ ਵੀ ਨਹੀਂ ਚਾਹੀਦਾ। ਸਾਨੂੰ ਇਸ ਤਰ੍ਹਾਂ ਦਾ ਵਿਚਾਰ ਵਿਧੀ ਵਿਧਾਨ ਗੁਰੂ ਪਿਤਾ ਜੀ ਨੇ ਸਾਡੀ ਝੋਲੀ 'ਚ ਪਾਇਆ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਉਸ ਦੀਆਂ ਇਹ ਗੱਲਾਂ ਨੇ, ਕਰਤੇ ਕੀਆਂ ਬਾਤਾਂ ਦਾ ਪਰਮਾਤਮਾ ਸਿਫਤ ਸਲਾਹ ਕਰ, ਕਰਤੇ ਕੀਆਂ ਬਾਤਾਂ ਕਰ। ਅਸੀਂ ਕਰਤੇ ਦੀਆਂ, ਅਸੀਂ ਨਿੰਦਾ ਚੁਗਲੀ ਤਾਂ ਕਰਦੇ ਨੇ, ਗੁਆਂਢੀਆਂ ਦੇ ਕੀ ਹੋ ਰਿਹਾ, ਫਲਾਣੇ ਦੇ ਕੀ, ਉਹਨਾਂ ਦੀ ਗੱਲਾਂ ਅਸੀਂ ਕਈ ਘੰਟੇ ਕਰ ਸਕਦੇ। ਪਰ ਗੁਰੂ ਨੇ ਸਾਨੂੰ ਪਰਮਾਤਮਾ ਦੀ ਵਡਿਆਈ ਵਾਸਤੇ ਸਿਖਾਇਆ।
ਅਸੀਂ ਆਂਢੀ ਗੁਆਂਢੀ ਦਾ ਬੜਾ ਖਿਆਲ ਰੱਖਦੇ ਹਾਂ, ਉਹਨਾਂ ਦੇ ਬੱਚਿਆਂ ਦਾ, ਪਰਿਵਾਰ ਦਾ, ਕੰਮਾਂ ਦਾ। ਆਪਣੇ ਅੰਦਰ ਦਾ ਕੁਝ ਪਤਾ ਹੀ ਨਹੀਂ ਕੀ ਚੱਲ ਰਿਹਾ, ਗਵਾਚੇ ਹੋਏ। ਆਪਣੇ ਅੰਦਰ ਝਾਤ ਮਾਰਨੀ ਹੈ ਸਿੱਖ ਨੇ, ਆਪਣੇ ਅੰਦਰ ਵਾਹਿਗੁਰੂ ਜੀ ਦੀ ਵਡਿਆਈ ਕਰਨੀ ਹੈ। ਸਗੋਂ ਸਾਨੂੰ ਦੁੱਖ ਇਹ ਹੋਵੇ ਕਿ ਗੁਆਂਢੀ ਵਧੇ, ਅਸੀਂ ਪ੍ਰਸੰਨ ਹੋਈਏ। ਜੇ ਜੀਵਨ 'ਚ ਅੱਜ ਸਾਡੇ ਚੰਗੇ ਕੰਮ ਨਹੀਂ ਕੀਤੇ, ਅਸੀਂ ਜੋ ਗੁਰੂ ਕਾ ਵਿਧੀ ਵਿਧਾਨ, ਗੁਰੂ ਕਾ ਸਿਧਾਂਤ ਮਰਿਆਦਾ ਉਹ ਨਹੀਂ ਕਮਾਈ, ਤਾਂ ਸਾਨੂੰ ਦੁਖੀ ਹੋਣਾ ਚਾਹੀਦਾ ਵੀ ਅੱਜ ਮੈਂ ਪਾਠ ਨਹੀਂ ਕਰ ਸਕਿਆ, ਅੱਜ ਮੈਂ ਵਿਚਾਰ ਨਹੀਂ ਕਰ ਸਕਦਾ, ਮੈਂ ਸਹਿਜ ਪਾਠ ਕਰਦਾ ਸੀ, ਇਹ ਅੱਜ ਹੋਇਆ ਨਹੀਂ। ਸਾਨੂੰ ਦੁਖੀ ਹੋਣਾ ਚਾਹੀਦਾ। ਅੱਜ ਮੈਂ ਗੁਰਦੁਆਰੇ ਜਾਂਦਾ ਸੀ, ਨਹੀਂ ਗਿਆ, ਦੁਖੀ ਹੋਣਾ ਚਾਹੀਦਾ। ਕਦੀ ਦੁਖੀ ਨਹੀਂ ਹੁੰਦੇ। ਪਰ ਕਦੋਂ ਦੁਖੀ ਹੁੰਦੇ? ਜਦੋਂ ਕੋਈ ਗੁਆਂਢੀ ਦਾ ਬੱਚਾ ਤਰੱਕੀ ਕਰ ਜਾਏ, ਕਿਸੇ ਨੂੰ ਕੋਈ ਸਹੀ ਪਰਿਵਾਰ ਮਿਲ ਜਾਏ ਆਪਸ ਵਿੱਚ, ਜਾਂ ਕਿਸੇ ਦਾ ਕੰਮ ਸਹੀ ਚੱਲਦਾ ਹੋਵੇ। ਹੋਰ ਬਹੁਤ ਸਾਰੀਆਂ ਗੱਲਾਂ ਅਸੀਂ ਦੇਖਦੇ ਹਾਂ। ਕਿਸੇ ਨੇ ਵਧੀਆ ਕੱਪੜੇ ਪਾਏ ਹੋਣ, ਅਸੀਂ ਦੁਖੀ ਹੋ ਜਾਂਦੇ। ਦੁਖੀ ਹੋਣਾ ਚਾਹੀਦਾ ਸੀ ਵੀ ਮੈਂ ਅੱਜ ਚੰਗੇ ਕੰਮ ਨਹੀਂ ਕੀਤੇ, ਗੁਰੂ ਕੀ ਸਿੱਖਿਆ ਨਹੀਂ ਕਮੀ ਅੱਜ ਮੇਰੇ ਕੋਲ, ਅੱਜ ਮੈਂ ਗੁਰੂ ਸਾਹਿਬ ਦੇ ਬਚਨ ਕਮਾ ਨਹੀਂ ਸਕਿਆ, ਉਹਨਾਂ ਨੂੰ ਪੜ੍ਹ ਕੇ ਵਿਚਾਰ ਨਹੀਂ ਕਰ ਸਕਿਆ, ਮੈਂ ਅੱਜ ਗੁਰੂ ਨਾਲ ਜੁੜ ਨਹੀਂ ਸਕਿਆ। ਕਿਉਂ ਨਹੀਂ ਜੁੜਿਆ? ਪਛਤਾਵਾ ਕਰਨਾ ਚਾਹੀਦਾ ਸੀ। ਸੱਚੇ ਪਾਤਸ਼ਾਹ, ਇੱਕ ਦਿਨ ਮੇਰਾ ਅੱਜ ਦਾ ਅਜਾਈਂ ਚਲਾ ਗਿਆ। ਮੈਂ ਸਹਿਜ ਪਾਠ ਕਰਦਾ ਸੀ ਜਾਂ ਕਰਦੀ ਸੀ, ਅੱਜ ਸਹਿਜ ਪਾਠ ਨਹੀਂ ਹੋਇਆ ਮੇਰਾ। ਪਛਤਾਵਾ ਹੋਣਾ ਚਾਹੀਦਾ ਹੈ, ਮਨ ਵਿੱਚ ਮਲਾਲ ਹੋਣਾ ਚਾਹੀਦਾ ਵੀ ਅੱਜ ਇਹ ਹੋਇਆ ਨਹੀਂ। ਸੱਚੇ ਪਾਤਸ਼ਾਹ, ਮੈਂ ਰੋਜ਼ ਇਹ ਕੰਮ ਕਰਦਾ ਸੀ, ਅੱਜ ਇਹ ਕੰਮ ਨਹੀਂ ਹੋਇਆ। ਅੱਜ ਤੂੰ ਕਿਰਪਾ ਤਾਂ ਰੋਜ਼ ਕਰਦਾ ਹੈ, ਪਰ ਅੱਜ ਮੈਂ ਇਹ ਸਮਾਂ ਮਿਲਿਆ ਸੀ, ਸੰਭਾਲਿਆ ਨਹੀਂ। ਉੱਥੇ ਆਪਣੀ ਗਲਤੀ 'ਤੇ ਪਛਤਾਵਾ ਹੋਣਾ ਚਾਹੀਦਾ ਸੀ। ਪਰ ਅਸੀਂ ਜੀਵਨ 'ਚ ਲੱਗੇ ਹੋਏ ਹਾਂ ਹੋਰ ਗੱਲਾਂ 'ਤੇ ਪਛਤਾਉਣ ਦੇ ਵਿੱਚ। ਸੋ ਹੋਰ ਗੱਲਾਂ ਛੱਡੀਏ, ਆਲੇ ਦੁਆਲੇ ਦਾ ਖਿਆਲ ਛੱਡੀਏ, ਆਪਣੇ ਆਪ ਦੇ ਉੱਤੇ ਫੋਕਸ ਕਰੀਏ। ਅਸੀਂ ਕੀ ਹਾਂ, ਕਿੱਥੋਂ ਉਪਜੈ, ਕਾਹਾਂ ਰਹਿ, ਕਹਾਂ ਮਾਏ ਸਮਾਵੈ, ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੈ। ਕਿੱਥੋਂ ਉਪਜੇ ਹਾਂ, ਕਿੱਥੇ ਰਹਿ ਕੇ ਆਏ ਹਾਂ, ਕਿੱਥੇ ਜਾਣਾ ਹੈ। ਇਹ ਜੀ ਜਨ ਸਭ ਖਸਮ ਪਰਮਾਤਮਾ ਦੇ, ਪਰ ਵਾਹਿਗੁਰੂ ਦੇ ਘਰ ਵਿੱਚ ਕਿਹਨਾਂ ਦੀ ਕੀਮਤ ਪੈਂਦੀ ਹੈ? ਸਾਡਾ ਮੁੱਲ ਕਦੋਂ ਪਏਗਾ? ਜਦੋਂ ਇਹ ਗੱਲ ਵਿਚਾਰ ਵਿੱਚ ਆ ਜਾਏਗੀ। ਇਸ ਸ਼ਬਦ ਦੀ ਫਿਰ ਸਮਝ ਲਓ ਵਿਆਖਿਆ ਸਾਡੇ ਸਮਝ ਆ ਗਈ। ਇੱਕ ਵਾਰੀ ਆਓ ਸਾਰੇ ਮਿਲ ਕੇ ਪਾਠ ਕਰ ਲਓ, ਤਾਂ ਕਿ ਸਾਨੂੰ ਸਮਝ ਆ ਜਾਏ ਕਿ ਜੋ ਸ਼ਬਦ ਵਿਚਾਰਿਆ ਹੈ ਉਹਦਾ ਮੂਲ ਪਾਠ ਕੀ ਹੈ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਹੂੰ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮੈਂ ਜੋਤ, ਜੋਤ ਮੈਂ ਜਾਤਾ। ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਵਤ ਸੁਹਾਲਿਓ। ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਿਹਾ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਜੋ ਕਿਛ ਕਰਨਾ ਸੋ ਕਰ ਰਿਹਾ। ਸੋਚਦੇ ਬਚਨ ਬੇਨਤੀਆਂ ਪ੍ਰਵਾਨ, ਸਭਨਾਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਨ ਕਰੋ ਪਿਆਰ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।